सच्चे यार नहीं दिलों भुलाए जाते सदा सूर में कमादी शान बनते ते गीत नहीं गदारा दे गाए जाते वो गीत नहीं गदारा दे गाए जाते ਅਸੀਂ ਤਾਂ ਕਹਾਉਣੇ ਆ ਬੋਲ ਵੀ ਪਗਾਉਣੇ ਆ ਬਾਦਸ਼ਾਹ ਦਿਲਾਂ ਦੇ ਖੁਦ ਨੂੰ ਸਦਾਉਣੇ ਆ ਮੌਤ ਵੀ ਵਿਆਉਣੇ ਆ ਗਫਲਾਂ ਜ਼ਮੀਨਾਂ ਤੇ ਸ਼ਕੀਨ ਅਸੀਂ ਹਾਂ ਕਰਦੀ ਸ਼ਰਾਬ ਦੇ ਐਵੇਂ ਤਾਂ ਨੀ ਗੀਤ ਗਾਉਂਦੀ ਫਿਰੇ ਦੁਨੀਆ ਹੋ ਰੰਗੀਲੇ ਪੰਜਾਬ ਦੇ ਐਵੇਂ ਤਾਂ ਨੀ ਗੀਤ ਗਾਉਂਦੀ ਫਿਰੇ ਦੁਨੀਆ ਹੋ ਰੰਗੀਲੇ ਪੰਜਾਬ ਦੇ ਐਵੇਂ ਤਾਂ ਨੀ ਗੀਤ ਗਾਉਂਦੀ ਫਿਰੇ ਦੁਨੀਆ ਹੋ ਰੰਗੀਲੇ ਪੰਜਾਬ ਦੇ ਵੱਡੇ ਵੈਲੀ ਰਹਿਣ ਸਾਥੋਂ ਡਾਰੀ ਦੇ ਹੋ ਰਹਿਣ ਪਾਣੀ ਭਾਰੀ ਦੇ ਫੜ ਕੇ ਨਾ ਚੀੜੀ ਅੱਗੇ ਕਿਸੇ ਘਰ ਦੇ ਵੀ ਜਿੱਥੇ ਪੈਣਾ ਘਰ ਦੇ ਅਸੀਂ ਆਏ ਹਾਂ ਦੇਸ਼ ਪੰਜਾਬ ਤੋਂ ਜਿੱਥੇ ਸੱਥ ਵਿੱਚ ਬਾਬੇ ਬੈਠਦੇ ਨੇ ਖੇਤਾਂ ਵਿੱਚ ਫਸਲਾਂ ਹਸਦੀਆਂ ਨੇ ਪਿੰਡ ਵਿੱਚ ਗਿੱਧੇ ਪੈਂਦੇ ਨੇ ਤੋਰ ਮਟਕਣੀ ਮਟਿਆਰਾਂ ਦੀ ਸਿਰੋਂ ਦੁਪੱਟੇ ਨੱਕ ਦੇ ਲੈਂਦੇ ਨੇ ਜਿੱਥੇ ਗੱਭਰੂ ਛੈਲ ਛਬੀਲੇ ਘੋਲ ਛਿੰਜਾਂ ਦੇ ਪੈਂਦੇ ਨੇ ਚਰਖੜੀਆਂ ਤੇ ਚੜ ਜਾਂਦੇ ਸੀਨਾ ਮੂੰਹੋਂ ਕਹਿੰਦੇ ਨੇ ਵੈਰੀ ਦਾ ਸਿਰ ਵੱਢ ਲਿਆਉਂਦੇ ਜ਼ੁਲਮ ਨਾ ਮੂਲੋਂ ਸਹਿੰਦੇ ਨੇ ਸਾਡੇ ਗੀਤ ਪੰਜਾਬੀ ਸੰਗੀਤ ਪੰਜਾਬੀ ਮਾਖਿਓ ਮਿੱਠੀ ਬੋਲੀ ਸਾਡੀ ਕਹਿੰਦੇ ਨੇ ਢੋਲ ਵੱਜਦੇ ਜਦੋਂ ਪੰਜਾਬ ਅੰਦਰ ਲੰਡਨ ਵਿੱਚ ਭੰਗੜੇ ਪੈਂਦੇ ਨੇ ਸਾਡਾ ਵਿਰਸਾ ਸਾਡਾ ਗੌਰਵ ਸਾਡੇ ਪੈਰ ਤਾਂ ਨਚਰੋ ਰਹਿੰਦੇ ਨੇ ਪਿੰਡ ਤਾਂ ਸਾਡਾ ਲਤਾੜਾ ਲੋਕੀ ਬਿੱਟੂ ਬਿੱਟੂ ਕਹਿੰਦੇ ਨੇ ਦੇਸੀ ਰੇਡੀਓ 1602 AM ਸੈਟਲਾਈਟ ਚੈਨਲ 0169 ਤੇ ਹਾਜ਼ਰ ਹੈ ਤੁਹਾਡਾ ਆਪਣਾ ਬਿੱਟੂ ਸਭ ਤੋਂ ਪਹਿਲਾਂ ਕਬੂਲ ਕਰੋ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਤੇ ਸਲਾਮ ਹੋਰ ਕੀ ਹਾਲ ਚਾਲ ਹੈ ਇਸ਼ਕੇ ਦੇ ਵਿਹੜੇ 'ਚ ਆਉਣਾ ਸ਼ਿੱਦਤ ਦੇ ਬੂਹੇ ਖੜਕਾ ਕੇ ਆਵੀਂ ਵਸਲਾਂ ਦੀ ਛਾਵੇਂ 'ਚ ਬਹਿਣਾ ਹਿਜਰਾਂ ਦਾ ਪੰਧ ਮੁਕਾ ਕੇ ਆਵੀਂ ਗਮਾਂ ਦੀ ਸਰਦਲ ਤੇ ਖੁਸ਼ੀਆਂ ਦੇ ਹੰਝੂ ਸੁਕਾ ਕੇ ਆਵੀਂ ਜੇ ਮੁਖ ਮੇਰੇ ਨੂੰ ਤੱਕਣਾ ਨੈਣਾ ਤੋਂ ਪਰਦਾ ਗਿਰਾ ਕੇ ਆਵੀਂ ਰੂਹਾਂ ਨੂੰ ਮਿਲਾਉਣਾ ਏ ਜੇ ਸ਼ਰਧਾ ਦਾ ਦੀਪ ਜਗਾ ਕੇ ਆਵੀਂ ਨੰਗੇ ਧੜ ਨੱਚਣਾ ਏ ਸੂਲੀ ਤੇ ਬਿਰਹਾ ਦਾ ਚੋਲਾ ਸਵਾ ਕੇ ਆਵੀਂ ਰੱਖੀ ਕੁਝ ਵਰਕੇ ਕੋਰੇ ਵੀ ਬਹੁਤਾ ਨਾ ਲਿਖਵਾ ਕੇ ਆਵੀਂ ਮੇਰੀ ਮੈਂ ਵਿੱਚ ਲੀਨ ਹੋਣ ਲਈ ਆਪਣੀ ਮੈਂ ਨੂੰ ਮਿਟਾ ਕੇ ਆਵੀਂ ਕੱਢ ਲੈ ਕੁਝ ਪਲ ਬਿੱਟੂ ਲਈ ਐਵੇਂ ਨਾ ਵਕਤ ਲੰਘਾ ਕੇ ਆਵੀਂ ਤੁਸੀਂ ਸੁਣ ਰਹੇ ਦੇਸੀ ਰੇਡੀਓ 1602 AM ਸੈਟਲਾਈਟ ਚੈਨਲ 169 ਤੇ ਗਾਉਂਦਾ ਪੰਜਾਬ ਬਿੱਟੂ ਦੇ ਨਾਲ ਅੱਜ ਆਪਾਂ ਜੈਕ ਸਿੰਘ ਜੀ ਜਿਹੜੇ ਕਿ ਮੋਟੀਵੇਸ਼ਨਲ ਸਪੀਕਰ ਨੇ ਆਪਾਂ ਉਹਨਾਂ ਨਾਲ ਗੱਲਾਂ ਬਾਤਾਂ ਕਰਾਂਗੇ ਜੈਕ ਸਿੰਘ ਜੀ ਦੇਸੀ ਰੇਡੀਓ ਤੇ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ Sat Sri Akal ji. Hi Bittu, how are you okay? Yeah, fine. Thank you so much for inviting me today. Thank you to you, Nanita and Desi Radio. Thank you. ਇਹ ਜਿਹੜਾ ਮੋਟੀਵੇਸ਼ਨਲ ਸਪੀਕਰ ਹੈ ਕਿਉਂਕਿ ਆਮ ਤੌਰ ਤੇ ਜਦ ਅਸੀਂ ਪੰਜਾਬ ਤੋਂ ਆਏ ਹਾਂ ਔਰ ਪੰਜਾਬੀ ਸਿਸਟਮ ਦੇ ਵਿੱਚ ਜਾਂ ਪੰਜਾਬ ਦੇ ਮਾਹੌਲ ਪੰਜਾਬ ਸੱਭਿਆਚਾਰ ਜਾਂ ਪੰਜਾਬ ਦੀ ਵਿਰਾਸਤ ਦੇ ਵਿੱਚ ਅਸੀਂ ਜਿਹੜਾ ਦੇਖਦੇ ਹਾਂ ਕਿ ਜਿਹੜੇ ਸਾਡੇ ਜਿੱਦਾਂ ਵੱਡੇ ਵਡੇਰੇ ਹੁੰਦੇ ਆ ਜਾਂ ਕੋਈ ਹੌਸਲਾ ਦੇਣ ਵਾਲੇ ਹੁੰਦੇ ਆ ਥਾਪੀਆਂ ਦੇਣ ਹੁੰਦੇ ਸਾਡੇ ਲਈ ਤਾਂ ਉਹੀ ਮੋਟੀਵੇਸ਼ਨਲ ਸਪੀਕਰ ਹੁੰਦੇ ਆ ਸੋ ਇਹ ਸਪੈਸ਼ਲਿਸਟ ਮੋਟੀਵੇਸ਼ਨਲ ਸਪੀਕਰ ਕੀ ਹੁੰਦਾ ਭਾਜੀ ਪਤਾ ਕੀ ਇੱਕ ਚੀਜ਼ ਹੈਗੀ ਮੇਰੀ ਸਾਰੀ ਜ਼ਿੰਦਗੀ ਨਾ ਮੈਂ ਰੱਬ 'ਚ ਭਰੋਸਾ ਰੱਖਿਆ ਹੈ I've been through some tough times in my life ਜੋ ਸਾਰੀ ਜ਼ਿੰਦਗੀ ਮੈਂ ਰੱਬ 'ਚ ਭਰੋਸਾ ਰੱਖਿਆ ਤੇ ਰੱਬ ਸਾਨੂੰ we have all the tools we need on this planet we just need to seek and look around educate ourselves and what I did ਭਾਜੀ ਜਦੋਂ ਮੈਂ 21 ਸਾਲ ਦਾ ਹੋਇਆ ਸੀ ਮੈਂ ਮੋਟੀਵੇਸ਼ਨਲ ਫੀਲਡ 'ਚ ਗਿਆ ਸੀ ਮੈਂ ਬੁੱਕਾਂ ਪੜ੍ਹੀਆਂ ਸੀ ਪਰ the most powerful book ਜੋ ਸਾਡੇ ਕੋਲ ਹੈਗੀ ਹੈ motivational ਦੇ ਗੁਰੂ ਗ੍ਰੰਥ ਸਾਹਿਬ ਹੈ ਉਹਦੇ ਬਾਅਦ ਜੋ ਬੁੱਕਾਂ ਪੜ੍ਹੀਆਂ ਸੀ ਮੈਂ ਐਂਟਨੀ ਰੋਬਿਨਸ ਦੀ ਬੁੱਕਾਂ ਪੜ੍ਹੀਆਂ ਹੈ ਇਹ ਪਤਾ ਕੀ ਕਰਦੇ ਆ ਭਾਜੀ they show us the side of psychology show us the side of how we can go out there and achieve our dreams what steps to take
how to take care of ourselves, how to go time management ਮੈਂ ਸਿੱਖਿਆ ਸੀ ਤੇ ਇਹ ਚੀਜ਼ਾਂ ਹੈਗੀਆਂ ਨਾ it's sometimes all through our life we have to learn new things ਤੇ ਬਾਬਾ ਜੀ ਨੇ ਸਾਰੇ ਕਿਹਾ ਸੀ ਕਿ make sure ਕਰਨਾ ਤੁਸੀਂ constantly learn ਕਰਦੇ ਚੀਜ਼ਾਂ ਤੇ ਬੁੱਕਾਂ ਸਾਰੀਆਂ available ਹੈਗੀਆਂ ਸਾਡੇ ਵਾਸਤੇ ਸਾਡੇ ਬੱਚੇ ਵਾਸਤੇ it doesn't matter ਤੁਹਾਡੀ ਉਮਰ ਕੀ ਹੈ you can start today you can become an artist at the age of 60 70 80 you can start writing books when you're young or any age ਇਹ ਭਾਰੀ ਜੋ potential ਸਾਨੂੰ ਹੈਗੀ ਨਾ ਦੁਨੀਆ 'ਚ sometimes you realize ਨਹੀਂ ਕਰਦੇ ਕਿ ਸਾਡੀ capacity ਕੀ ਹੈਗੀ ਅਸੀਂ ਕੀ ਕਰ ਸਕਦੇ that's how we have to go beyond and we have to start reading some of these books motivate ourselves ਜੈਕ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਗੁਰੂ ਗ੍ਰੰਥ ਸਾਹਿਬ ਸਭ ਤੋਂ ਜਿਹੜੀ ਇੰਪੋਰਟੈਂਟ ਸਭ ਤੋਂ ਪਹਿਲੀ ਜਿਹੜੀ ਮੋਟੀਵੇਸ਼ਨਲ ਬੁੱਕ ਹੈ ਉਹ ਸਾਡੇ ਲਈ ਗੁਰੂ ਦਾ ਦਰਜਾ ਉਹਦੇ ਲਈ ਸੋ ਇਹ ਜਿਹੜੀ ਗੁਰੂ ਗ੍ਰੰਥ ਸਾਹਿਬ ਹੈ ਇਹ ਸਾਨੂੰ ਕਿਸ ਤਰ੍ਹਾਂ ਇੰਸਪਾਇਰ ਕਰਦਾ ਮੋਟੀਵੇਟ ਹੋਣ ਲਈ ਭਾਜੀ the first ever motivational ethnic and diversity master was Guru Nanak ji ਉਹਨਾਂ ਸਪੀਚ ਜਿਹੜਾ ਕਰਦਾ ਮੈਂ ਕੰਪਨੀਆਂ ਦੇ ਨਾਲ ਬੋਲਦਾ ਆਪਣੀ ਬੁੱਕ ਬਾਰੇ ਬੋਲਦਾ ਅਨਬ੍ਰੇਕੇਬਲ ਬੁੱਕ ਕੀ ਹੈਗੀ ਸਟੋਰੀ ਜਿਸ ਕੰਟਰੀ 'ਚ ਆਈ ਸੀ ਮੇਰੇ ਡੈਡੀ ਤੇ ਮੇਰੀ ਮਾਮੀ ਸੀ 1970s that ਕੰਟਰੀ 'ਚ ਹੈਗੇ ਸੀ ਉਦੋਂ ਭਾਜੀ it was a difficult time ਉਹ ਸਕਿਨੇਜ ਹੈਗੇ ਸੀ far right national front ਹੈਗਾ ਸੀ ਤੇ ਮੈਂ ਇਹ ਚੀਜ਼ ਨਹੀਂ ਅੰਡਰਸਟੈਂਡ ਕਰਦਾ ਸੀ ਕਿ ਅਸੀਂ ਇਨਸਾਨ ਹੈਗੇ ਆ ਅੱਛਾ ਸਾਡਾ ਰੰਗ ਡਿਫਰੈਂਟ ਹੈਗਾ ਸਾਡਾ ਕਲਚਰ ਡਿਫਰੈਂਟ ਹੈਗਾ ਅਸੀਂ ਚੂੜੇ ਪਾਉਂਦੇ ਪੱਗ ਪਾਉਂਦੇ ਇਹਨਾਂ ਨੇ ਕਦੀ ਪੱਗਾਂ ਨਹੀਂ ਦੇਖੀਆਂ ਸੀ ਗੋਰਿਆਂ ਨੇ ਤੇ ਉਹਨਾਂ ਦੇ ਨੈਗੇਟਿਵ ਰਿਐਕਸ਼ਨ ਹੈਗਾ ਸੀ ਕਿ ਸਾਡੇ ਕੰਟਰੀ ਕੱਲ ਹੀ ਆ ਰਹੇ ਉਹ ਜਦੋਂ ਮੈਂ ਛੋਟਾ ਸੀ ਭਾਜੀ ਮੈਂ ਆਪਣੇ ਆਪ ਤੋਂ ਸੋਚਿਆ ਸੀ ਕਿ ਅਸੀਂ ਇਨਸਾਨ ਹੈਗੇ ਆ ਅਸੀਂ ਹਿਊਮਨ ਬੀਇੰਗਸ ਹੈਗੇ ਆ ਅਸੀਂ ਸਾਰੇ ਵਗੇ ਸੁਣਦੇ ਆ ਰੋਂਦੇ ਆ ਖਾਂਦੇ ਆ ਪੀਂਦੇ ਆ ਤੇ ਸਾਨੂੰ ਬੈਡ ਕਾਲੀ ਟ੍ਰੀਟ ਕਰਦੇ ਪਿਆ ਤੇ ਫਿਰ ਮੈਂ ਜਦੋਂ ਰਿਸਰਚ ਕੀਤੀ ਤੇ ਮੈਂ ਦੇਖਿਆ ਹੈ ਪੜ੍ਹਿਆ ਹੈ ਤੇ ਗੁਰੂ ਨਾਨਕ ਦੇਵ ਜੀ ਪਹਿਲਾਂ ਹੈਗੇ ਸੀ ਐਥਨਿਕ ਡਾਇਵਰਸਿਟੀ ਮਾਸਟਰ ਹੈਗੇ ਸੀ ਕਹਿੰਦੇ ਸੀ ਸਾਰੀ ਦੁਨੀਆ ਨੂੰ ਕਹਿੰਦੇ ਸੀ ਅਸੀਂ ਇੱਕ ਹੈਗੇ ਆ ਇੱਕ ਓਂਕਾਰ ਅਸੀਂ ਇੱਕ ਹੈਗੇ ਆ ਤੇ ਮੈਸੇਜ ਉਹਦੇ ਟਾਈਮ ਮੇਰੇ ਦਿਮਾਗ 'ਚ ਨਹੀਂ ਪੈਂਦਾ ਪਿਆ ਸੀ ਕਿਉਂਕਿ ਓਬਵੀਅਸਲੀ ਮੇਰੀ ਟੀਚਰ ਐਸੀ ਹੈਗੇ ਸੀ ਸਕਿਨੇਜ ਵਿੰਡੋ ਸਾਡੇ ਪਾਉਂਦੇ ਸੀ ਤੇ ਹੁਣ ਮੈਂ ਸੋਚਿਆ ਆਪਣੇ ਆਪ ਨੂੰ ਪ੍ਰੋਮਿਸ ਕੀਤਾ ਸੀ ਮੈਂ 8 ਸਾਲ ਦਾ ਹੈਗਾ ਸੀ ਮੈਂ ਪ੍ਰੋਮਿਸ ਕੀਤਾ ਸੀ ਕਿ ਜੇ ਵੱਡਾ ਹੋਏਗਾ ਨਾ ਮੈਂ ਮੈਸੇਜ ਸਾਰਿਆਂ ਨੂੰ ਭੇਜੇਗਾ ਮੈਂ ਵੱਡੀਆਂ ਕੰਪਨੀਆਂ ਨਾਲ ਬੈਠਾ ਹੈ ਮੈਂ ਕੋਰਸ ਕੀਤੇ ਆ ਵਰਕਸ਼ਾਪ ਕੀਤੇ ਆ ਤੇ ਬੰਦੇ ਮੇਰੀ ਗੱਲਾਂ ਸੁਣ ਕੇ ਹੈਰਾਨ ਹੁੰਦੇ ਆ ਕਿ ਇਹ ਟਾਈਮ ਹੈਗਾ 2021 ਇਸ ਅਜੇ ਤੱਕ ਰੇਸਿਜ਼ਮ ਹੈਗਾ ਅਜੇ ਤੱਕ ਇੰਨੀ ਚੈਲੰਜਿਸ ਹੈਗੇ ਆ ਤੇ ਹੋਪ ਹੈਗੀ ਹੈ ਭਾਜੀ ਰਿਪੀਟ ਟੂ ਦ ਗੁੱਡ ਪੁਆਇੰਟ ਇਸ ਕਿ ਸਾਡੇ ਕੋਲ ਹੋਪ ਹੈਗੀ ਹੈ ਕਿ ਅਸੀਂ ਇੱਕ ਸਭ ਪਿਆਰ ਨਾਲ ਰਹਿ ਸਕਦੇ ਹਾਂ ਦੁਨੀਆ 'ਚ ਜਿਸ ਤਰ੍ਹਾਂ ਗੁਰੂ ਨਾਨਕ ਦੇਵ ਜੀ ਨੇ ਕਿਹਾ ਸੀ ਸਾਨੂੰ ਰਹਿਣਾ ਚਾਹੀਦਾ ਸੋ ਜੈਕ ਜਿੱਦਾਂ ਕਿ ਗੁਰੂ ਨਾਨਕ ਸਾਹਿਬ ਦਾ ਜਿਹੜਾ ਸਮਾਂ ਵਾ ਅਬਾਊਟ 500 ਸਾਲ 5 ਸਦੀਆਂ ਪਹਿਲਾਂ ਦਾ ਸਮਾਂ ਵਾ ਉਸ ਸਮੇਂ ਦੇ ਵਿੱਚ ਉਹਨਾਂ ਨੇ ਜਿਸ ਤਰ੍ਹਾਂ ਕਿ ਐਥਨਿਕ ਡਾਇਵਰਸਿਟੀ ਜਾਂ ਇਹਨਾਂ ਗੱਲਾਂ ਦੀ ਪਾਪ ਕੀ ਜੰਜ ਲੈ ਕਾਬਲੋਂ ਧਾਇਆ ਜੋਰੀ ਮੰਗੇ ਦਾਨਵੇ ਲਾ ਲਓ ਬਾਬਰ ਦੇ ਬਾਰੇ ਜਾਂ ਹੋਰ ਜੋ ਵੀ ਜ਼ੁਲਮ ਹੁੰਦੇ ਸੀ ਉਹਨਾਂ ਦੇ ਖਿਲਾਫ ਆਵਾਜ਼ ਉਠਾਈ ਸੋ ਕੀ 500 ਸਾਲ ਬੀਤਣ ਤੋਂ ਬਾਅਦ ਜਿਹੜੀ ਮਨੁੱਖ ਦਾ ਵਿਕਾਸ ਕਿਸ ਤਰ੍ਹਾਂ ਹੋਇਆ ਕਿ ਅਸੀਂ ਹਾਲੇ ਵੀ ਉੱਥੇ ਹੀ ਖੜੇ ਹਾਂ ਜਾਂ ਕੁਝ ਚੇਂਜਿਸ ਆਈਆਂ ਨੇ ਕਿ ਹਾਲੇ ਮਤਲਬ ਉਹਨਾਂ ਚੀਜ਼ਾਂ ਦੀ ਕੀ ਰੈਲੇਵੈਂਸ ਆ ਕੀ ਖਤਮ ਹੋ ਗਈਆਂ ਜਾਂ ਨਹੀਂ ਹੋਈਆਂ ਤਾਂ ਕਿਉਂ ਕਦੋਂ ਹੋਣਗੀਆਂ ਭਾਜੀ ਪਤਾ ਕੀ ਗੱਲ ਹੈ ਜੇ ਮੈਂ ਛੋਟਾ ਸੀ ਨਾ ਮੈਂ ਆਪਣੇ ਆਪ ਨੂੰ ਪੁੱਛਦਾ ਹੁੰਦਾ ਸੀ ਕਿ ਇਹ ਰੇਸਿਜ਼ਮ ਕੀ ਹੈਗਾ ਕੱਲ ਹੀ ਐਗਜ਼ਿਸਟ ਹੁੰਦਾ ਹੈ ਰੇਸ ਭਾਜੀ ਕੋਈ ਪੈਦਾ ਨਹੀਂ ਹੁੰਦਾ ਦੁਨੀਆ 'ਚ no one is born a racist ਕੋਈ ਪੈਦਾ ਨਹੀਂ ਹੁੰਦਾ ਕਿ ਉਹਨੇ ਰੇਸਿਸਟ ਬਣਦਾ ਜੋ ਨੌਲੇਜ ਆਉਂਦੀ ਹੈ ਨਾ ਉਹਨਾਂ ਦੇ ਮਾਂ ਪਿਓ ਕੋਲ ਆਉਂਦੀ ਹੈ ਉਹਨਾਂ ਗਾਰਡੀਅਨਸ ਕੋਲ ਆਉਂਦੀ ਹੈ ਉਹਨਾਂ ਜੋ ਐਟਮੋਸਫੇਅਰ ਹੈ ਉਹਨਾਂ ਆਉਂਦਾ ਹੈ ਦੈਟਸ ਵਾਟ ਇੰਪੋਰਟੈਂਟ ਹੈਗਾ ਸਾਨੂੰ ਬੱਚਿਆਂ ਨੂੰ ਸਿਖਾਉਣ ਲਈ ਜੋ ਛੋਟੇ ਬੱਚੇ ਹੁੰਦੇ ਜੇ ਸਾਡੇ ਬੱਚੇ ਹੁੰਦੇ ਉਹਨੂੰ ਸਿਖਾਉਣ ਦੀ ਛੋਟੇ ਸਾਰੇ ਇੱਕ ਦੂਜੇ ਹੈਗੇ ਆ we should all stay together with harmony with love ਜਿਸ ਤੁਸੀਂ ਗੱਲ ਕਰਦੇ ਹੋ 500 ਸਾਲ ਦੀ ਗੱਲ ਗੁਰੂ ਨਾਨਕ ਸ਼ੁਰੂ ਕੀਤੀ ਸੀ ਸਾਡੇ ਹੱਥਾਂ 'ਚ ਹੈਗੀ ਸਾਡੀ ਕਿਸਮਤ ਅੱਜ ਦੁਨੀਆ ਹੈਗੀ ਨਾ ਸਾਡੇ ਸਾਰੇ ਹੱਥ ਅਸੀਂ ਜੋ ਡਿਸੀਜਨ ਬਣਾਉਂਦੇ ਨਾ ਉਹ ਸਾਡੇ ਹੱਥਾਂ 'ਚ ਤੇ ਸਾਨੂੰ ਇਹ ਡਿਸੀਜਨ ਬਣਾਉਣਾ ਚਾਹੀਦਾ ਹੈ ਕਿ ਸਾਰੀ ਇਕੁਆਲਿਟੀ ਰਹੇ ਪਿਆਰ ਨਾਲ ਰਹੇ ਫਿਰ ਕੀ ਹੋਇਆ ਜਦੋਂ ਰੰਗ ਡਿਫਰੈਂਟ ਹੈ ਫਿਰ ਕੀ ਹੋਇਆ ਜਦੋਂ ਬੋਲਦਾ ਡਿਫਰੈਂਟ ਹੈ ਫਿਰ ਕੀ ਹੋਇਆ ਜਿਹੜੀ ਕਲਚਰ ਡਿਫਰੈਂਟ ਹੈਗੀ ਹੈ ਸਾਨੂੰ ਸਗੋਂ ਉਹਨਾਂ ਦੇ ਕਲਚਰ ਬਾਰੇ ਸਿੱਖਣਾ ਚਾਹੀਦਾ ਹੈ ਸਾਨੂੰ ਸਗੋਂ ਹੋਰ ਬੰਦੇ ਨਾਲ ਬੋਲਣਾ ਚਾਹੀਦਾ ਪਿਆਰ ਨਾਲ ਰਹਿਣਾ ਚਾਹੀਦਾ ਮੈਨੂੰ ਯਾਦ ਹੈ ਜਦੋਂ 1970s ਮੇਰੀ ਮੰਮੀ ਸੂਟ ਪਾ ਕੇ ਜਾਂਦੀ ਹੁੰਦੀ ਸੀ ਸ਼ੌਪ ਤੇ ਕਾਫੀ ਬੰਦੇ ਹੁੰਦੇ ਨੇ ਸੀ ਕਹਿੰਦੇ ਸੀ ਮੰਮੀ ਨੂੰ ਕਿੱਥੋਂ ਆਈ ਹੈ ਤੇਰੀ ਕੰਟਰੀ ਕੀ ਹੈ ਤੇਰੀ ਲੈਂਗੁਏਜ ਕੀ ਹੈ ਐਂਡ ਦੇ ਵਰ ਜੈਨੂਇਨਲੀ ਕੰਸਰਨਡ ਐਂਡ ਦੇ ਵਰ ਨਾਈਸ ਇਹ ਸਾਨੂੰ ਕਰਨਾ ਚਾਹੀਦਾ ਹੇਟਰਡ ਜੋ ਹੁੰਦਾ ਨਾ ਭਾਜੀ ਹੇਟਰਡ ਇਹ ਗਲਤ ਹੈ ਇਹ ਗਲਤ ਹੈ ਦੁਨੀਆ 'ਚ ਹੇਟਰਡ ਨਹੀਂ ਹੋਣਾ ਚਾਹੀਦਾ ਕਿਸੇ ਕਲਚਰ ਦੇ ਨਾਲ ਸਾਰਿਆਂ ਨੂੰ ਸਾਨੂੰ ਪਿਆਰ ਨਾਲ ਰਹਿਣਾ ਚਾਹੀਦਾ ਤੇ ਮੈਂ ਮੈਸੇਜ ਸਾਰਿਆਂ ਨੂੰ ਭੇਜਦਾ ਪਿਆ ਦੈਟਸ ਹੋਪਫੁਲੀ ਤੁਹਾਡੇ ਜੋ ਲਿਸਨਰਸ ਹੈਗੇ ਸੁਣੇਗੇ ਤੇ ਉਹ ਟੇਕ ਇਟ ਔਨ
ਸੋ ਜਦੋਂ ਆਪਾਂ ਇੰਟਰਨੈਸ਼ਨਲ ਲੈਵਲ ਤੇ ਗੱਲ ਕਰਦੇ ਹਾਂ ਕਿ ਇੱਕ ਖਾਸ ਰੰਗ ਵੱਲੋਂ ਦੂਜੇ ਰੰਗ ਨੂੰ ਨਫ਼ਰਤ ਕੀਤੀ ਜਾਂਦੀ ਹੈ, ਇੱਕ ਖਾਸ ਕੰਟਰੀ ਵੱਲੋਂ ਦੂਜੇ ਕੰਟਰੀ ਨੂੰ, ਇੱਕ ਖਾਸ ਸਮੂਹ ਵੱਲੋਂ ਦੂਜੇ ਸਮੂਹ ਨੂੰ, ਅਗਰ ਅਸੀਂ ਆਪਣੇ ਵਿੱਚ ਦੇਖੀਏ ਵਿਦਿਨ ਆਵਰ ਕਮਿਊਨਿਟੀ ਆਪਾਂ ਦੇਖਦੇ ਹਾਂ ਕਿ ਸਾਡੇ ਵਿੱਚ ਜਿਹੜੀਆਂ ਅਖੌਤੀ ਜਾਤ ਪਾਤ ਆ ਉਹਦੇ ਆਧਾਰ ਤੇ ਅਸੀਂ ਜਿਨ੍ਹਾਂ ਨੂੰ ਮਤਲਬ ਸਮਾਜਿਕ ਤੌਰ ਤੇ ਅਸੀਂ ਇਹ ਕਹਿ ਲਿਆ ਕਿ ਛੋਟੀਆਂ ਜਾਤਾਂ ਨੇ, ਭਾਵੇਂ ਕਿ ਇਨਸਾਨ ਸਾਰੇ ਬਰਾਬਰ ਨੇ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਟਰੀਟ ਕਰਦੇ ਹਾਂ ਕਿ ਉਹ ਕਿਸ ਤਰ੍ਹਾਂ ਦਾ ਰੇਸ਼ਿਜ਼ਮ ਹੈ? ਭਾਜੀ ਸਾਡੇ ਹੱਥਾਂ 'ਚ ਜੋ ਅਸੀਂ ਕਰਦੇ ਨਾ ਰੋਜ਼ every day, sometimes as human beings we make wishy-washy decisions. ਇਸੇ ਕੁਝ ਕਹਿ ਦਿੰਦੇ, ਸੋਚਦੇ ਨਹੀਂ ਹੈ, ਬੋਲ ਦਿੰਦੇ। ਸਾਨੂੰ ਥੋੜਾ ਪਿੱਛੇ ਬੈਠ ਕੇ ਸਾਨੂੰ ਸੋਚਣਾ ਚਾਹੀਦਾ ਹੈ, ਸਾਨੂੰ ਸਾਰਿਆਂ ਥੋੜਾ ਟਾਈਮ ਲਾਉਣਾ ਚਾਹੀਦਾ ਹੈ। JFK ਨੇ ਕਿਹਾ ਸੀ, ਜੌਨ ਕੈਨੇਡੀ ਨੇ ਕਿਹਾ ਸੀ ਕਿ ਇਹ ਨਾ ਪੁੱਛੋ ਕਿ what your country can do for you, ask yourself what you can do for your country. ਜਿਸ ਤਰ੍ਹਾਂ ਤੁਹਾਨੂੰ ਪਤਾ ਕਿ ਅਸੀਂ ਭਾਜੀ ਸਾਡੇ ਹੱਥਾਂ 'ਚ ਹੈਗਾ ਸਾਡੀ ਕਿਸਮਤ, ਜੋ ਅਸੀਂ ਬੰਦੇ ਨੂੰ ਟਰੀਟ ਕਰਨਾ ਹੈ, how we treat people is up to us, and we should start with our children today. ਸਾਨੂੰ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਸਾਰੇ ਇਕੁਅਲ ਹੈਗੇ, ਸਾਰੇ ਕੋਈ ਜਾਤ ਜੂਤ ਕੁਛ ਨਹੀਂ ਹੈਗਾ, ਸਭ ਕੁਛ ਪਿੱਛੇ ਰੱਖੋ ਸਾਰੇ। ਇਸੇ ਸਾਰੇ ਸੁਣਦੇ ਆ, ਰੋਂਦੇ ਆ, ਹੱਸਦੇ ਆ। And ਦੁਨੀਆ ਹੈਗੀ ਨਾ ਭਾਜੀ, this is it. ਅਰਥ 'ਚ ਹੈਗੀ, ਅਸੀਂ ਰਹਿ ਰਹੇ ਹਾਂ ਪਲੈਨਟ ਉੱਤੇ, ਇਹ ਹੈਗੀ ਸਾਡੀ, ਇਹ ਸਾਡਾ ਘਰ ਹੈਗਾ, ਇਹ ਸਾਡਾ ਹੋਮ। ਜਿਹਦੇ ਵਿੱਚ in your home you should have a family that you love for, you care for, and even the people that are Gwandi, that are people who live in a different village, people of different caste. So ਸਾਨੂੰ ਇੱਕ ਦੂਜੇ ਨੂੰ ਗਰਾਣਾ, we should all love each other. ਸੋ ਜਿਹੜੀ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਕਿ ਬਚਪਨ ਦੇ ਵਿੱਚ ਜਦੋਂ ਉਸ ਸਮੇਂ ਇੱਥੇ ਕਾਫੀ ਰੇਸ਼ਿਜ਼ਮ ਸੀਗਾ, ਹੁਣ ਕੀ ਇਸ ਕੰਟਰੀ ਦੇ ਵਿੱਚ ਰੇਸ਼ਿਜ਼ਮ ਖਤਮ ਹੋ ਗਿਆ ਜਾਂ ਉਹਨੇ ਰੂਪ ਬਦਲ ਲਿਆ ਜਾਂ ਹੁਣ ਕੀ ਸਥਿਤੀ ਹੈ? ਭਾਜੀ ਮੈਂ ਸੈਡਲੀ ਕਹੇਗਾ ਕਿ ਜੋ ਰੇਸਿਜ਼ਮ ਹੈਗਾ ਨਾ ਭਾਜੀ, ਇਟਸ ਗੋਇੰ ਟੂ ਬੀ ਰੀਲੀ ਹਾਰਡ ਟੂ ਇਰੈਡੀਕੇਟ ਇਟ ਟੋਟਲੀ। ਦੈਟਸ ਵਾਈ ਮੈਂ ਤੁਹਾਨੂੰ ਸਾਰਿਆਂ ਨੂੰ ਰਸਮ ਜਿਹੜੀ ਮੈਂ ਵਰਕਸ਼ਾਪ ਕਰਦਾ ਨਾ, ਮੈਂ ਸਾਰਿਆਂ ਨੂੰ ਕਹਿੰਦਾ ਸਾਡੇ ਹੱਥਾਂ 'ਚ ਹੈਗੀ, ਸਾਨੂੰ ਹੁਣ ਬੱਚਿਆਂ ਨਾਲ ਸ਼ੁਰੂ ਕਰਨਾ ਚਾਹੀਦਾ ਹੈ। ਸਾਨੂੰ ਵੀ ਸ਼ੁਡ ਲਿਵ ਬਾਈ ਐਗਜ਼ਾਮਪਲ, ਸਾਰਿਆਂ ਨੂੰ ਐਗਜ਼ਾਮਪਲ, ਜੋ ਪੁਰਾਣੇ ਜੋ ਗੱਲਾਂ ਜੋ ਟਬੂ ਹੈਗਾ ਅਬਾਊਟ ਸਰਟਨ ਕਲਚਰ, ਸਾਨੂੰ ਭੁੱਲਣਾ ਚਾਹੀਦਾ ਹੈ। ਯੂ ਨੋ ਵੀ ਸ਼ੁਡ ਫੋਰਗੇਟ ਦੈਟ। ਬਟ ਰੇਸਿਜ਼ਮ ਭਾਜੀ, ਇਟਸ ਜੋ 1970 'ਚ ਹੈਗਾ ਸੀ ਨਾ ਭਾਜੀ, ਇਟਸ reduced. ਪਤਾ ਕੱਲ ਹੀ reduce ਹੋਇਆ ਸੀ ਭਾਜੀ, because ਜਦੋਂ ਅਸੀਂ 1970 'ਚ ਹੈਗੇ ਸੀ ਨਾ, ਉਦੋਂ ਕੋਈ ਇਕੁਆਲਿਟੀ ਐਕਟ ਨਹੀਂ ਹੈਗੇ ਸੀ, ਕੋਈ ਡਾਇਵਰਸਿਟੀ ਐਕਟ ਨਹੀਂ ਹੈਗਾ ਸੀ। ਜਦੋਂ ਮੈਂ ਸਕੂਲ ਜਾਂਦਾ ਹੁੰਦਾ ਸੀ, ਮੈਂ ਇੱਕ ਐਂਟੀ ਬੁਲਿੰਗ ਪੋਸਟਰ ਨਹੀਂ ਕਦੀ ਦੇਖਿਆ, ਇਹ ਕੁਛ ਨਹੀਂ ਹੈਗਾ ਸੀ ਉਦੋਂ। ਲੱਕੀ ਹੈਗੀ ਸੀ ਅੱਜ ਕਿ ਸਾਡੇ ਬੱਚਿਆਂ ਵਾਸਤੇ ਸਕੂਲ ਕਿੰਨੇ ਐਂਟੀ ਬੁਲਿੰਗ ਪੋਸਟਰ ਹੈਗੇ ਆ, ਕਿੰਨੇ ਚਾਈਲਡ ਲਾਈਨ ਹੈਗਾ, ਤੇ ਕੋਈ ਬੱਚਾ ਕੋਈ ਟਰਬਲ ਫੀਲ ਕਰਦਾ ਪਿਆ, NSPCC ਨੂੰ ਫੋਨ ਕਰ ਸਕਦੇ ਆ, ਫੋਨ ਫੜ ਕੇ ਪੈਸੇ ਕਿ ਮੈਨੂੰ ਸਕੂਲ ਉੱਥੇ ਮਿਸਟ੍ਰੀਟ ਕਰਦੇ। ਸਾਡੇ ਜ਼ਮਾਨੇ 'ਚ ਬਾਜੂ ਤਾਂ ਕੁਛ ਨਹੀਂ ਹੈਗਾ ਸੀ। ਸੋ ਤਰੱਕੀ ਹੋਈ ਹੈ, ਵੀ ਹੈਵ ਮੂਵਡ ਫੋਰਵਰਡ, ਦੇਰ ਆਰ ਲਾਜ਼, ਦੇਰ ਆਰ ਐਕਟਸ। ਉਹਨੇ ਜ਼ਮਾਨੇ 'ਚ ਬਾਜੂ ਕੁਛ ਨਹੀਂ ਹੈਗਾ ਸੀ। ਦੈਟਸ ਵਾਈ ਇਟ ਵਾਸ ਓਪਨ ਰੈਡੀਕਿਊਲ। ਸਾਨੂੰ ਤੇ ਸਾਡੇ ਥੁੱਕਦੇ ਹੁੰਦੇ ਸੀ, ਨਾ ਸੱਚੀ ਜਸਤਦੇ ਹੁੰਦੇ ਸੀ ਸਾਡੇ ਵਾਲੇ ਦਾ ਟਾਈਮ। ਅੱਜ ਇਟਸ ਅ ਬਿਟ ਡਿਫਰੈਂਟ। ਹੁਣ ਲੋ ਹੈਗਾ, the police can get involved. Obviously you can take someone to court, you can take action, people can be fined for such behaviour. But all the time ਭਾਜੀ ਕੁਛ ਨਹੀਂ ਹੈਗਾ ਸੀ। ਦੱਸੋ ਇਹ ਮੈਨੂੰ ਖੁਸ਼ੀ ਹੁੰਦੀ ਹੈ ਕਿ ਤਰੱਕੀ ਹੋਈ ਹੈ। There has in Britain now, there are such equality acts that people have not got the right to treat anyone in any bad manner. ਤੇ ਗੁਰੂ ਨਾਨਕ ਜੀ ਦਾ ਸੁਪਨਾ ਹੈਗਾ ਸੀ, ਜਿਹੜਾ ਹੋ ਰਿਹਾ। ਪਰ ਫਿਰ ਵੀ ਭਾਜੀ ਪਤਾ ਕੀ ਹੁੰਦਾ, ਜਦੋਂ ਕੋਈ ਐਕਟ ਆਉਂਦਾ ਨਾ ਬਾਹਰ, ਐਡੀ ਪਾਰਲੀਮੈਂਟ ਐਕਟ, ਟਾਈਮ ਲੱਗਦਾ ਹੈ। ਇੱਕ ਦਿਨ 'ਚ ਨਹੀਂ ਸਾਰੀ ਦੁਨੀਆ ਚੇਂਜ ਹੋ ਜਾਂਦੀ। ਕੁਝ ਬੰਦਿਆਂ ਦੇ ਜਿਹੜੇ ਰੇਸਿਸਟ ਸਕਿਨਜ਼ ਹੈਗੇ ਸੀ, ਉਹਨਾਂ ਨੂੰ ਸਾਰਾ many years their parents, their colleagues have told them ਕਿ ਸਾਡੀ ਕੰਟਰੀ ਆ ਰਿਹਾ, they're going to take over our country, ਆ ਰਿਹਾ, and you can't get rid of that in one day. ਉਹ ਟਾਈਮ ਲੱਗਦਾ ਭਾਜੀ। ਪਰ ਫਿਰ ਵੀ ਮੈਂ ਸਾਡੇ ਹੱਥਾਂ 'ਚ ਬੱਚਿਆਂ ਨੂੰ ਕਹਿਣ ਲਈ people change ਹੋ ਸਕਦੇ ਆ, people can change. ਅਸੀਂ ਸਾਰੇ ਪਿਆਰ ਨਾਲ ਰਹੇ, you know, we should just get along. ਸੋ ਜਦੋਂ ਤੁਸੀਂ ਜਿਹਦਾ ਜ਼ਿਕਰ ਕੀਤਾ ਬਚਪਨ 'ਚ ਸੀ, ਛੋਟੇ ਸੀ, ਉਦੋਂ ਰੇਸ਼ਿਜ਼ਮ ਵਾਜ਼ ਐਟ ਇਟਸ ਪੀਕ, ਹੈ ਨਾ, ਅਤੇ ਉਸ ਸਮੇਂ ਜਦੋਂ ਤੁਸੀਂ ਇਸ ਸਾਰੇ ਵਰਤਾਰੇ ਦੇ ਥਰੂ, ਇਸ ਹੈਪਨਿੰਗਸ ਦੇ ਥਰੂ ਜਾ ਰਹੇ ਸੀ, ਤੁਹਾਡੀ ਕਿਸ ਤਰ੍ਹਾਂ ਦੀ ਫੀਲਿੰਗ ਸੀ? ਤੁਸੀਂ ਕੀ ਸੋਚਦੇ ਸੀ ਉਦੋਂ? ਭਾਜੀ ਨੂੰ ਸੱਚ ਦੱਸੇਗਾ, it was such a tough time. It was such a tough time because ਡੈਡੀ ਕਹਿੰਦੇ ਨੇ ਸੀ ਰੱਬ 'ਚ ਭਰੋਸਾ ਰੱਖੋ। ਡੈਡੀ ਸਾਨੂੰ always ਕਹਿੰਦੇ ਸੀ ਸਾਨੂੰ ਕਿ ਟਾਈਮ ਜੋ ਹੈਗਾ ਨਾ, ਹਾਰਡ ਹੋਣਾ, ਟਫ ਹੋਣਾ ਹੈ। ਅਸੀਂ ਪੰਜਾਬੀ ਹੈਗੇ ਤੇ ਪੱਗਾਂ ਪਾਉਂਦੇ ਆ, ਤੇ ਇਹ ਗੋਰੇ ਨਹੀਂ ਆ ਪਛਾਣਦੇ, ਇਹਨਾਂ ਨੂੰ ਨਹੀਂ ਪਤਾ ਕੀ ਹੈਗਾ। ਦੈਟਸ ਵਾਈ ਸਾਨੂੰ ਰੈਡੀਕਿਊਲ ਕਰਦੇ, ਸਾਡੇ ਨਾਲ ਹੱਸਦੇ ਆ। ਇੱਕ ਦਿਨ ਆਏਗਾ, ਡੈਡੀ ਕਹਿੰਦੇ ਸੀ ਕਿ ਕਿ ਸਰਦਾਰ ਕੰਟਰੀ 'ਚ ਰੈਕਗਨਾਈਜ਼ਡ ਹੋਏਗੇ, ਤੇ ਉਹੀ ਹੋਇਆ ਭਾਜੀ। ਅੱਜ ਵੀ ਆਰ ਰੈਕਗਨਾਈਜ਼ਡ ਇਨ ਦਿਸ ਕੰਟਰੀ ਐਜ਼ elite individuals, and all the time ਭਾਜੀ ਮੈਂਟਲ ਹੈਲਥ ਦੇ ਪ੍ਰੋਬਲਮਸ ਹੈਗੇ ਸੀ ਮੈਨੂੰ, ਈਟਿੰਗ ਡਿਸਆਰਡਰਸ ਹੈਗੇ ਸੀ,
ਕੌਨਫੀਡੈਂਸ ਸਕਿੱਲਸ ਨਹੀਂ ਹੈਗੇ ਸੀ ਤੇ ਭਾਜੀ ਸਾਡਾ ਕਾਰ ਨੂੰ ਅੱਗ ਲੱਗੀ ਸੀ ਤੇ ਫਿਰ ਜੇ ਮੈਂ 8 ਸਾਲ ਦਾ ਹੈਗਾ ਸੀ ਤੇ ਮੈਂ ਦੇਖਿਆ ਸੀ ਕਿ ਮੈਂ ਕਾਰ ਨੂੰ ਅੱਗ ਲੱਗੀ ਹੈ ਮੈਂ ਆਪਣੇ ਆਪ ਨੂੰ ਪ੍ਰੋਮਿਸ ਕੀਤਾ ਸੀ ਔਰ ਮੈਂ 8 ਸਾਲ ਦਾ ਸੀ ਬੱਚਾ ਸੀ ਛੋਟਾ ਬੱਚਾ ਸੀ ਮੈਂ ਆਪਣੇ ਆਪ ਨੂੰ ਕਿਹਾ ਸੀ ਕਿ ਜੇ ਮੈਂ ਵੱਡਾ ਹੋਏਗਾ ਨਾ ਮੈਂ ਕੁਛ ਨਾ ਕੁਛ ਕਰੇਗਾ ਚਾਹੇ ਕਿੰਨਾ ਛੋਟਾ ਹੋਏ ਕੰਮ ਕਿੰਨਾ ਵੱਡਾ ਮੈਂ ਕੁਛ ਨਾ ਕੁਛ ਕਰੇਗਾ ਕਿ ਮੈਂ ਦੁਨੀਆ ਨੂੰ ਮੈਸੇਜ ਭੇਜੇਗਾ ਤੇ ਅੱਜ ਜੋ ਮੈਂ ਦੇਖਿਆ ਸੀ ਨਾ ਜੋ ਛੋਟਾ ਸੀ ਕਿਸੇ ਨੂੰ ਨਹੀਂ ਦੇਖਣਾ ਚਾਹੀਦਾ ਕੋਈ ਬੱਚੇ ਨੂੰ ਸਕੂਲ ਨਹੀਂ ਜਾਣਾ ਚਾਹੀਦਾ ਗਾਲਾਂ ਗੋਲਾ ਸੁਣਨ ਦੀ ਕੋਈ ਬੱਚੇ ਨੂੰ ਸਕੂਲ ਨਹੀਂ ਜਾਣਾ ਚਾਹੀਦਾ ਟੀਚਰਾਂ ਕੋਲੋਂ ਗਾਲਾਂ ਗੋਲਾ ਸੁਣਨ ਦੀ ਸਾਰੇ ਬੱਚਿਆਂ ਨੂੰ ਸਾਨੂੰ ਆਪਣੇ ਬੱਚੇ ਦਾ ਹੱਥ ਫੜ ਕੇ ਕਹਿਣਾ ਚਾਹੀਦਾ ਹੈ ਕਿ ਤੁਸੀਂ ਜੋ ਕਰਨਾ ਜ਼ਿੰਦਗੀ 'ਚ ਕਰੋ ਅਸੀਂ ਤੁਹਾਡੇ ਨਾਲ ਖਲੋਏਗੇ ਤੈਨੂੰ ਤੇਰੀ ਕੌਨਫੀਡੈਂਸ ਰੇਜ਼ ਕਰੇਗੇ ਤੁਹਾਨੂੰ ਵੱਡਾ ਕਰੇਗੇ ਤੁਹਾਨੂੰ ਭਾਜੀ ਖੁਸ਼ੀ ਨਾਲ ਖੁਸ਼ੀ ਭਾਜੀ ਸਾਡੇ ਕੋਲ ਉਸ ਟਾਈਮ ਹੈਗੀ ਨਹੀਂ ਸੀ ਬਿਕੋਜ਼ ਅਸੀਂ ਸਕੂਲ ਤੋਂ ਜਾਣ ਤੋਂ ਡਰਦੇ ਸੀ ਫॉर obvious reasons ਅਸੀਂ ਸਕੂਲ ਨਹੀਂ ਜਾਣਾ ਚਾਹੁੰਦੇ ਸੀ ਤੇ ਭਾਜੀ ਫਿਰ ਕੀ ਹੁੰਦਾ ਇਹ ਜੋ ਮੈਂ ਨਹੀਂ ਇਟਸ ਨਾਟ ਮੀ who's experienced these things 1970 ਚ ਕਿੰਨੇ ਇੱਕ ਸੀ ਕਾਲੇ ਆਪਣੇ ਹੋਰ ਪੰਜਾਬੀ ਹਿੰਦੂ ਜਿਹਨੇ ਇੱਕ ਸਾਰਾ ਐਕਸਪੀਰੀਅੰਸ ਕੀਤਾ ਸੀ ਮੈਂ ਕਦੇ ਤੇ ਨਹੀਂ ਐਕਸਪੀਰੀਅੰਸ ਕੀਤਾ ਤੇ ਭਾਜੀ ਸਮਟਾਈਮਸ ਕੀ ਹੋਇਆ ਸੀ ਉਹ ਜੋ ਇੰਡੀਵਿਜੂਅਲ ਜਿਹਨੇ ਐਕਸਪੀਰੀਅੰਸ ਕੀਤਾ ਸੀ ਨਾ ਉਹਨੂੰ ਨੈਗੇਟਿਵ ਇਫੈਕਟ ਹੋ ਜਾਂਦੇ ਆ ਥੋੜੇ ਬੰਦੇ ਬਲੈਂਕ ਕਰ ਦਿੰਦੇ ਕੀ ਹੋਇਆ ਐਂਡ ਦੇ ਡਾਈਵਲਜ ਇਨ ਐਲਕੋਹਲ ਡਰੱਗਸ ਡਿਪਰੈਸ਼ਨ ਮੈਂ ਥੋੜਾ ਐਕਸਪੀਰੀਅੰਸ ਕੀਤਾ ਸੀ ਭਾਜੀ ਪਰ ਪਤਾ ਕੀ ਮੈਨੂੰ ਕੀ ਹੋਇਆ ਸੀ ਮੈਂ ਆਪਣੇ ਸੋਚਿਆ ਪਤਾ ਕਿ ਮੈਂ ਕਰਾਂ ਇਹ ਜ਼ਿੰਦਗੀ ਜੋ ਹੈਗੀ ਨਾ ਫੇਰ ਨਹੀਂ ਆਉਣੀ ਮੈਂ ਸੋਚਿਆ ਇਹ ਹੀ ਹੈਗੀ ਮੇਰਾ ਚਾਂਸ ਹੈ ਮੈਂ ਸੋਚਿਆ ਸੀ ਮੈਂ ਕੁਝ ਕਰਾਂ I changed the negative energy into positive energy that's my book ਲਿਖੀ ਹੈ that's my workshops ਕਰਦਾ ਹੈ ਜਦੋਂ ਮੈਂ ਭਾਜੀ ਪੱਲੀ ਵਾਲਾ ਨਾ ਭਾਜੀ ਮੈਂ NSPCC ਉਸੇ ਕੰਮ ਕਰਦਾ ਰਹਿੰਦਾ ਸੀ ਉਹ ਨੈਸ਼ਨਲ ਸੁਸਾਇਟੀ ਫॉर ਪ੍ਰੀਵੈਂਸ਼ਨ ਆਫ ਕ੍ਰੂਅਲਟੀ ਟੂ ਚਿਲਡਰਨ UK ਚੈਰਿਟੀ ਹੈਗੀ ਹੈ ਤੇ ਭਾਜੀ ਪੱਲਾ ਮੈਂ ਅਸੈਂਬਲੀ 'ਚ ਗਿਆ ਨਾ 20 ਸਾਲ ਦਾ ਸੀ ਮੈਂ 500 ਬੱਚੇ ਬੈਠੇ ਸੀ ਉੱਥੇ ਸਾਰੇ ਸੁਣਨੇ ਕਿ ਮੈਂ ਭਾਜੀ ਮੇਰੀ ਜੋ ਫੀਲਿੰਗ ਹੈਗੀ ਸੀ ਨਾ ਕਿੰਨੀ ਅਮੇਜ਼ਿੰਗ ਸੀ ਉਹ ਜੋ ਪ੍ਰੋਮਿਸ ਮੈਂ ਆਪਣੇ ਆਪ ਕੀਤਾ ਸੀ ਮੈਂ 8 ਸਾਲ ਦਾ ਸੀ ਉਹ ਮੈਂ ਬੱਚਿਆਂ ਨੂੰ ਛੋਟਾ ਹੈ ਮੈਂ ਬੱਚਿਆਂ ਨੂੰ ਬੁਲਿੰਗ ਬਾਰੇ ਬੋਲਦਾ ਪਿਆ ਹੈਵ ਟੂ ਕੀਪ ਸੇਫ ਬਾਰੇ ਬੋਲਦਾ ਸੀ ਭਾਜੀ ਉਹ ਫੀਲਿੰਗ ਕਿੰਨੀ ਇੰਨੀ ਐਕਸਟੈਟਿਕ ਹੈਗੀ ਸੀ ਕਿ I went ahead and I saw thousands of schools so 8 ਸਾਲ ਦੇ ਬੱਚੇ ਨੂੰ ਜਿਹਨੇ ਬੁਲਿੰਗ ਐਕਸਪੀਰੀਅੰਸ ਕੀਤਾ ਸੀ hate crime experience ਕੀਤਾ ਸੀ ਉਹ ਖੋਤਾ ਹੈ ਉੱਥੇ ਬੱਚੇ ਛੋਟੇ ਬੱਚਿਆਂ ਨਾਲ ਮੈਂ ਗੱਲ ਕਰਦਾ ਪਿਆ ਕਿ ਉਹਨਾਂ ਨੂੰ ਦੱਸਦਾ ਪਿਆ ਭਾਜੀ ਕਿ ਤੁਸੀਂ ਇੰਪੋਰਟੈਂਟ ਹੈਗੇ ਆ ਤੁਹਾਡੀ ਜ਼ਿੰਦਗੀ ਬਹੁਤ ਇੰਪੋਰਟੈਂਟ ਹੈਗੀ ਹੈ ਕਿਸੇ ਨੂੰ ਕੋਈ ਨਹੀਂ ਤੁਹਾਨੂੰ no one can put you down without your permission ਭਾਜੀ it was the greatest time of my life and ਅਜੇ ਤੇ ਭਾਜੀ ਬਹੁਤ ਕੰਮ ਹੈਗਾ ਕਰਨ ਲਈ but yeah at the journey ਉੱਥੋਂ ਹੀ ਸ਼ੁਰੂ ਹੋਈ ਸੀ ਸੋ ਅੱਜ ਕੱਲ੍ਹ ਜਦੋਂ ਤੁਸੀਂ ਜਿੱਦਾਂ ਸਕੂਲਸ ਵਗੈਰਾ 'ਚ ਜਾਂਦੇ ਹੋ ਮੋਟੀਵੇਸ਼ਨ ਸਪੀਕਰ ਦੇ ਤੌਰ ਤੇ ਬੱਚਿਆਂ ਨਾਲ ਇੰਟਰੈਕਟ ਕਰਦੇ ਹੋ ਸੋ ਕਿ ਅਜੇ ਵੀ ਉਹ ਤੁਹਾਨੂੰ ਕੋਈ ਇੰਸੀਡੈਂਟਸ ਦੱਸਦੇ ਨੇ ਜਿੱਥੇ ਉਹਨਾਂ ਨਾਲ ਰੇਸਿਜ਼ਮ ਹੋ ਰਿਹਾ ਜਾਂ ਕੁਛ ਇਸ ਤਰ੍ਹਾਂ ਦਾ ਹੋ ਰਿਹਾ ਜਿਹਦੇ ਤੋਂ ਡਿਪਰੈਸ ਨੇ ਜਾਂ ਕੁਛ ਅਜੇ ਵੀ ਉਹਦੇ ਕੋਈ ਹੈ ਇਸ ਤਰ੍ਹਾਂ ਦਾ ਹਾਂਜੀ ਭਾਜੀ ਕੋਸ ਉਹ ਤੇ ਹੁੰਦਾ ਭਾਜੀ ਯੈਸ ਭਾਜੀ ਬੱਚਿਆਂ ਦੇ ਬੱਚੇ ਹੋਣਾ ਬੱਚਿਆਂ ਦੇ ਬੱਚੇ ਐਂਡ ਸ਼ੇਮ ਹੈਗਾ ਕਿ ਐਡਲਟਸ ਵੀ ਕਰਦੇ ਆ ਯੂ نو ਵਰਕ ਪਲੇਸ ਵੀ ਹੁੰਦਾ ਵਰਕ ਪਲੇਸ ਬੁਲਿੰਗ ਹੁੰਦੀ ਹੈ ਵਰਕ ਪਲੇਸ ਸੋ ਬੁਲਿੰਗ ਦਾ ਜੋ ਹੈਗਾ ਭਾਜੀ ਫੈਕਟਰ ਸਕੂਲ ਤੋਂ ਨਹੀਂ ਖਤਮ ਹੁੰਦਾ ਉਹ ਸਾਡੀ ਜ਼ਿੰਦਗੀ 'ਚ ਹੈਗਾ ਅਰਾਊਂਡ us you get characters people who are individuals who are bullies at workplace beyond another yeah ਅਜੇ ਤੱਕ ਭਾਜੀ ਬਹੁਤ ਕੇਸਿਸ ਹੈਗੇ ਉੱਥੇ ਹੁੰਦੇ but they have reduced the reason why they have reduced ਭਾਜੀ because ਅੱਜ ਕੱਲ ਜਦੋਂ ਤੁਸੀਂ ਕੰਮ ਤੇ ਜਾਂਦੇ ਹੋ ਤੁਹਾਡੀ ਯੂਨੀਅਨ ਹੈਗੀ ਕੋਈ ਤੁਹਾਨੂੰ ਮਿਸਟ੍ਰੀਟ ਕਰਦਾ ਤੁਸੀਂ ਯੂਨੀਅਨ ਨਾਲ ਬੋਲ ਸਕਦੇ 1970s ਕੋਈ ਯੂਨੀਅਨ ਕੁਝ ਨਹੀਂ ਹੁੰਦੇ ਸੀ ਸਕੂਲ ਦੇ ਵਿੱਚ ਕੋਈ ਤੁਹਾਨੂੰ ਕੁਝ ਕਹਿੰਦਾ ਹੈ ਤੁਹਾਨੂੰ ਪੈਰਾ ਲੱਗਦਾ ਹੈ ਤੁਸੀਂ ਸਕੂਲ ਕਾਉਂਸਲਰ ਨਾਲ ਗੱਲ ਕਰ ਸਕਦੇ ਜਾ ਕੇ ਸਕੂਲ ਕਾਉਂਸਲਰ ਤਾਂ 1970 ਚ ਕੀ ਹੈਗੇ ਸੀ ਕੁਝ ਕੋਈ ਨਹੀਂ ਹੈਗੇ ਸੀ ਉਦੋਂ ਅੱਜ ਕੱਲ੍ਹ ਭਾਜੀ ਇੰਨੀਆਂ ਚੀਜ਼ਾਂ ਨੇ ਪਲੇਸ ਰੱਖੀਆਂ ਹੈ ਸਕੂਲਸ ਵਰਕ ਪਲੇਸ ਈਵਨ ਫੈਮਿਲੀ ਕਾਉਂਸਲਿੰਗ ਵੀ ਤੁਸੀਂ ਕਰ ਸਕਦੇ ਜੇ ਕੋਈ ਤੁਹਾਡੀ ਫੈਮਿਲੀ 'ਚ ਤੁਹਾਨੂੰ ਬੁਲੀ ਕਰਦਾ ਪਿਆ ਤੁਸੀਂ ਆਪਣੇ ਡਾਕਟਰ ਨਾਲ ਗੱਲ ਕਰ ਸਕਦੇ ਜਾ ਕੇ ਡਾਕਟਰ ਤੁਹਾਨੂੰ ਥੈਰੇਪਿਸਟ ਪਾਸ ਕਰ ਦਿੰਦਾ ਥੋੜੀ ਥੈਰੇਪੀ ਹੋ ਜਾਂਦੀ ਹੈ ਤੇ ਥੈਰੇਪੀ ਭਾਜੀ ਬੈਸਟ ਚੀਜ਼ ਹੈਗੀ ਦੁਨੀਆ 'ਚ ਦੈਟਸ ਦ ਬੈਸਟ ਥਿੰਗ ਇਨ ਦ ਵਰਲਡ ਐਨੀਵਨ ਕੈਨ ਐਕਸਪੀਰੀਅੰਸ bottom line है Paji, nobody should feel uncomfortable by another person in the workplace or school. But हाँ तारी question answer करनी Paji हाँ जी हैगा. But ऐ चीज़ होती Paji थोड़े बंदे ना जिन्हें bully who get bullied चुप रहते हैं कुछ नहीं करते. तो की होता है जो स्कूल कोई बच्चा तुहानू bully करता है जो workplace कोई तुहानू bully करता है तो तुसी कुछ नहीं करते उन्हां दी ताकत वधदी है. They get stronger. There's only one way as human beings we can stop that bully from getting powerful is by speaking to a union or speaking to a school counsellor. ਤੇ ਤੁਸੀਂ ਕੁਝ ਕਰੇਗੇ ਭਾਜੀ ਚੀਜ਼ ਗੱਲ ਕਰਨੀ ਦੀ ਚੀਜ਼ ਠੀਕ ਹੋਣੀ.
ਆਮ ਤੌਰ ਤੇ ਵਰਕ ਪਲੇਸਿਸ ਦੇ ਵਿੱਚ ਜਿਹੜੀ ਬੁਲਿੰਗ ਆ ਉਹ ਸੀਨੀਅਰਸ ਵੱਲੋਂ ਇੱਕ ਤਰ੍ਹਾਂ ਦਾ ਯੂਨੀਅਨਸ ਨਾਲ ਹੁੰਦੀ ਆ ਆਮ ਤੌਰ ਤੇ, ਹੋ ਸਕਦਾ ਅਦਰ ਵੇ ਰਾਉਂਡ ਵੀ ਹੋਵੇ, ਪਰ ਬਹੁਤੀ ਜਿਹੜੀ ਹੁੰਦੀ ਹੈ ਕਿ ਜਿਹੜਾ ਕੋਈ ਮਤਲਬ ਮੈਨੇਜਰ ਆ ਉਹ ਆਪਣੇ ਵਰਕਰਸ ਨਾਲ, ਜਿਹੜਾ ਕੋਈ ਸੀਨੀਅਰ ਮੈਨੇਜਰ ਯੂਨੀਅਨ ਮੈਨੇਜਰ ਨਾਲ ਕਰਦਾ, ਉਹਦੇ ਵਿੱਚ ਇੱਕ ਬਹੁਤ ਵੱਡਾ ਫੈਕਟਰ ਹੁੰਦਾ ਕਿ ਉਹ ਬੰਦੇ ਨੂੰ ਹੁੰਦਾ ਕਿ ਮੇਰੀ ਜੌਬ ਨਾ ਚਲੀ ਜਾਵੇ, ਕਿ ਅਗਰ ਮੈਂ ਇਹਨੂੰ ਕੁਝ ਕਿਹਾ, ਅਗਰ ਮੈਂ ਆਨਸਰ ਦਿੱਤਾ ਤੇ ਇਹ ਕੁਛ ਨਾ, ਕਿਉਂਕਿ ਓਬਵੀਅਸਲੀ ਜਿਹੜਾ ਤੁਹਾਡੇ ਤੋਂ ਲਾਈਨ ਮੈਨੇਜਰ ਆ ਜਿਹੜਾ ਤੁਹਾਡਾ, ਉਹਦੇ ਹੱਥ 'ਚ ਤੁਹਾਡੀ ਜੌਬ ਹੁੰਦੀ ਆ, ਉਹ ਕੁਛ ਵੀ ਲਿਖ ਕੇ ਕੁਛ ਵੀ ਫਾਈਂਡ ਆਊਟ ਕਰਕੇ ਹੈਲਥ ਸੇਫਟੀ ਤੁਹਾਨੂੰ ਕੱਢ ਸਕਦਾ ਜੌਬ ਤੋਂ। ਸੋ ਇਹੋ ਜਿਹੀ ਸਿਚੁਏਸ਼ਨ 'ਚ ਉਹ ਕਿਸ ਤਰ੍ਹਾਂ ਕੋਪ ਕਰੇ? ਭਾਜੀ ਤੁਸੀਂ ਇਹ ਬਹੁਤ ਚੰਗੀ ਕੁਐਸਚਨ ਹੈ, ਇਹ ਬਹੁਤ ਚੰਗੀ ਕੁਐਸਚਨ ਤੁਸੀਂ ਪੁੱਛੀ ਹੈ, ਬਿਕੋਜ਼ ਐਟ ਦੇ ਵਰਕ ਪਲੇਸ ਉੱਤੇ ਨਹੀਂ ਉਸ ਅਡੈਪਟ ਕਰਦੀ ਹੈ, ਸਕੂਲ 'ਚ ਬੱਚੇ ਦੇ ਸਕੂਲ 'ਚ ਵੀ ਅਡੈਪਟ ਕਰਦੀ, ਜੇ ਤੁਸੀਂ ਬੁਲੀ ਟੀਚਰ ਨੂੰ ਜਾ ਕੇ ਦੱਸੋਗੇ ਬੁਲੀ ਬਾਰੇ, ਬੁਲੀ ਨੇ ਤੁਹਾਨੂੰ ਬਾਅਦ ਸਕੂਲ ਦੇ ਬਾਅਦ ਕੁੱਟਣਾ ਹੈ। ਬਿਲਕੁਲ। ਤੁਸੀਂ ਆਪਣੇ ਮੈਨੇਜਰ को जाके कहेंगे कि ओ मैं लायक नहीं करता, तू मेरा किसा बोलता पे, मेरा प्यार ना बोली कर, तेन सैक कर देना, तेन रबिश जॉब्स देनी है। अच्छा तो फिर की करते सानू को भाजी सिचुएशन सारे सामने आंदा ना, सारे दो ऑप्शन होंगे, बस दो ऑप्शन होंगे, इन्ना सिंपल हैगी है गल। एक, you can spend the rest of your life being pushed around, mistreated, and okay on that भाजी, when you do that, then you have the chances of falling into things like depression, low self-esteem, lack of confidence, study dignity, किन्नियां गल्लां आ जांदियां भाजी। तो द सेकंड ऑप्शन है ਹੁੰਦਾ ਹੈ ਤੁਸੀਂ ਪਿਆਰ ਦੇ ਨਾਲ ਮੈਨੇਜਰ ਜਾ ਕੇ ਉਹਨੂੰ ਇੱਕ ਪਾਸੇ ਬਿਠਾ ਕੇ ਗੱਲ ਕਰੋ, ਕਹੋ ਕਿ ਮੈਂ ਲਾਇਕ ਨਹੀਂ ਕਰਦਾ, ਤੂੰ ਮੈਨੂੰ ਬੋਲਦਾ ਹੈ, the way you treat me I'm not happy with it। ਦੋ ਦਾ ਰਿਸਪੌਂਸ ਵੀ ਦੋ ਆਪਸ਼ਨ ਹੋਣੇ ਆ, ਇੱਕ ਹੱਸੇਗੇ ਤੇਰੇ ਵੱਲ, ਤੁਹਾਡੇ ਵੱਲ ਕੀ ਗੱਲ ਕਰਦਾ ਪਿਆ, ਤੇ ਨੋਰਮਲ ਹੈਗਾ, ਮੈਂ ਤੇਰਾ ਮੈਨੇਜਰ ਹੈਗਾ, ਮੈਂ ਤੇਰੇ ਨਾਲ ਬੋਲ ਸਕਦਾ, ਮੈਂ ਤੈਨੂੰ ਮਿਸਟ੍ਰੀਟ ਕਰ ਸਕਦਾ। ਉਹ ਸੈਕੰਡ ਆਪਸ਼ਨ ਉਹਨਾਂ ਦੀ ਕੀ ਰਿਸਪੌਂਸ ਹੋਏਗੀ, ਉਹ ਕਹਿ ਸਕਦੇ ਪਤਾ ਕੀ ਤੂੰ ਠੀਕ ਕਹਿ ਰਿਹਾ, ਮੈਂ ਤੇਰੇ ਨਾਲ ਬਹੁਤ ਪਿਆਰਾ ਬੋਲਦਾ ਹੈ। Now, if the person, the manager or the bully, जिन्हों भी तुम गल करेंगे हंसेगे तो वो कहने की गल करता है, बैठे मैं तेरा बॉस है, मैं तेरा बोल सकता है ऐसा। अच्छा अथो बाजी ने भी स्टोरी शुरू होती है। जब if I was in that position, I would go to the union, I would go to the CEO of the company, write to the CEO, बाजी if you don't do nothing about it, and चीज कभी नहीं stop हो रही, that's why इन्ने लो है गया ट्राइब्यूनल किन्ने गया, किन्ने बंदे ने सक्सेसफुली रखे गए अपने बॉसेस ने लेके गए ट्राइब्यूनल, they won, and they won the cases। 1970s to 80s तो कोई चांस नहीं है कि जितना उधर लकीली लो ही होने आए सी। That's why to answer your question, buddy, ठीक है, the thinking is correct that if I go and complain about my manager, things will get worse, I might lose my job, obviously I will also get the rubbish jobs to do, but buddy, for our own self-confidence, dignity and our own mental health, ਸਾਨੂੰ ਕੁਝ ਕਰਨਾ ਚਾਹੀਦਾ ਹੈ। Nobody is born in this planet to tolerate being bullied, pushed around। ਸਾਡੀ ਸਾਰੇ ਦੀ birthright ਹੈਗੀ ਕਿ ਅਸੀਂ ਖੁਸ਼ ਰਹੇ, ਜੇ ਅਸੀਂ ਖੁਸ਼ ਨਹੀਂ ਹੈਗੇ ਕੰਮ ਤੇ, ਜੇ ਖੁਸ਼ ਨਹੀਂ ਹੈਗੇ ਸਕੂਲ because of mistreatment, we have to do something that the body, it affects our mental health and it can affect our dignity as well। So in case like ਜਿੱਦਾਂ ਤੁਸੀਂ ਕਹਿ ਰਹੇ ਕਿ ਉਹ ਤੁਹਾਡੇ ਤੇ ਹੱਸਦਾ ਵਾ ਔਰ ਤੁਹਾਨੂੰ ਕੰਪਨੀ ਦੇ ਵਿੱਚ ਤੁਸੀਂ CEO ਨੂੰ ਵੀ ਲਿਖਿਆ, ਯੂਨੀਅਨ ਨੂੰ ਵੀ ਲਿਖਿਆ, ਤੁਹਾਡਾ ਕੁਛ ਮਤਲਬ ਕੋਈ ਸੋਲੂਸ਼ਨ ਨਹੀਂ ਹੋ ਰਿਹਾ, ਉਸ ਤੋਂ ਇਲਾਵਾ ਉਸ ਕੰਪਨੀ ਤੋਂ ਬਾਹਰ ਕੀ ਸਰਕਾਰ ਵੱਲੋਂ ਜਾਂ ਹੋਰ ਕਿਸ ਤਰ੍ਹਾਂ ਦੀ ਹੈਲਪ ਅਵੇਲੇਬਲ ਹੈ ਇਹੋ ਜਿਹੀ ਸਿਚੁਏਸ਼ਨ 'ਚ? Baji, they can go. People can go to the Citizens Advice Bureau. Citizens Advice Bureau जा सकते हैं। Can you to get some help from them? You can go to the Citizens Advice Bureau and put छोड़ जाके point पर बताओ, उन्होंने बैठो और दसो की हो रहा है। Now, Baji, in this country today, if you go to the Citizens Advice Bureau and you tell them that you are being mistreated at work, what shall I do? And he gave me sit down and to Gaja, oh, Baji, but they sit down and they listen to you. But sometimes, Baji, they even go through the process of contacting the employer. The fair Baji, we live in a time today where you can phone up a solicitor and no claim, no fee. Yeah? ਇੰਨੀ ਮਦਦ ਹੈਗੀ in 70s 80s ਦਾ ਕੁਝ ਨਹੀਂ ਹੈਗਾ ਸੀ ਸਾਡੇ ਕੋਲ। ਜੈਕ ਆਪਣੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਏਦਾਂ ਹੀ ਜਾਰੀ ਰਹਿਣਗੀਆਂ, ਆਪ ਥੋੜੇ ਜਿਹੇ ਕਮਰਸ਼ੀਅਲ ਸੁਨੇਹੇ ਸੁਣ ਲਈਏ। ਹਾਂਜੀ ਥੈਂਕ ਯੂ। The heart of South Hall. This is Desi Radio on 1602 AM. ਹਾਂ ਤੁਸੀਂ ਸੁਣ ਰਹੇ ਹੋ ਦੇਸੀ ਰੇਡੀਓ 1602 AM ਸੈਟਲਾਈਟ ਚੈਨਲ ਸਿਰਫ 169 ਤੇ ਗਾਉਂਦਾ ਪੰਜਾਬ ਬਿੱਟੂ ਦੇ ਨਾਲ। ਅੱਜ ਆਪਣੇ ਕੋਲ ਜੈਕ ਸਿੰਘ ਜੀ ਜਿਹੜੇ ਕਿ ਮੋਟੀਵੇਸ਼ਨਲ ਸਪੀਕਰ ਨੇ, ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਕਰ ਰਹੇ ਹਾਂ। ਉਹ ਜੈਕ ਸਿੰਘ ਜੀ, ਵੈਲਕਮ ਬੈਕ।
ਥੈਂਕ ਯੂ ਬਾਜੀ, ਥੈਂਕ ਯੂ। ਸੋ ਜੈਕ ਸਿੰਘ ਜੀ, ਅਸੀਂ ਆਮ ਦੇਖਦੇ ਹਾਂ ਕਿ ਕਾਫੀ ਜਿਹੜੀ ਬੁਲਿੰਗ ਆ ਉਹ ਸਾਡੇ ਵਿਦਨ ਫੈਮਿਲੀ ਵੀ ਹੁੰਦੀ ਹੈ, ਰਿਸ਼ਤਿਆਂ ਦੇ ਵਿੱਚ ਵੀ ਹੁੰਦੀ ਹੈ ਬੁਲਿੰਗ। ਭਰਾ ਨੂੰ ਬੁਲੀ ਕਰ ਸਕਦਾ, ਪਿਓ ਆਪਣੇ ਬੱਚਿਆਂ ਨੂੰ ਬੁਲੀ ਕਰ ਸਕਦਾ, ਖਾਸ ਤੌਰ 'ਤੇ ਅਗਰ ਸਟੈਪ ਸਨ ਜਾਂ ਸਟੈਪ ਡਾਟਰਸ ਆ ਉਹਨਾਂ ਨੂੰ ਬੁਲੀ ਕਰ ਸਕਦਾ, ਜਾਂ ਹਸਬੈਂਡ ਵਾਈਫ ਨੂੰ ਬੁਲੀ ਕਰਦਾ, ਡੋਮੈਸਟਿਕ ਅਬਿਊਜ਼, ਇਸ ਤਰ੍ਹਾਂ ਦੇ ਜਿਹੜੇ ਕੇਸਿਸ ਆਉਂਦੇ ਆ। ਮਤਲਬ ਕਿਉਂਕਿ ਓਬਵੀਅਸਲੀ ਹੁਣ ਅਗਰ ਇੱਕ ਹਸਬੈਂਡ ਵਾਈਫ ਦਾ ਕੇਸ ਹੈ, ਉਹ 20-25 ਸਾਲ ਤੋਂ ਮੈਰਿਡ ਨੇ, ਉਹ ਇੱਕ ਪਾਰਟਨਰ ਦੂਜੇ ਪਾਰਟਨਰ ਅਬਿਊਜ਼ ਕਰ ਰਿਹਾ ਵਾ, ਪਰ ਉਹ ਰਿਸ਼ਤਾ ਛੱਡਣਾ ਵੀ ਨਹੀਂ ਚਾਹੁੰਦਾ, ਉਹ ਇਹੋ ਜਿਹੀ ਸਿਚੁਏਸ਼ਨ ਵਿੱਚ ਉਹ ਮਤਲਬ ਉਸ ਅਬਿਊਜ਼ ਨੂੰ ਬੰਦ ਕਰਨ ਲਈ ਔਰ ਉਸ ਰਿਲੇਸ਼ਨਸ਼ਿਪ ਨੂੰ ਇੰਪਰੂਵ ਕਰਨ ਲਈ ਕਿਸ ਤਰ੍ਹਾਂ ਦੇ ਰੋਲ, ਕਿਸ ਤਰ੍ਹਾਂ ਕੀ ਕਰਨਾ ਚਾਹੀਦਾ? ਭਾਜੀ ਗ੍ਰੇਟ ਕੁਐਸਚਨ ਤੁਸੀਂ ਪੁੱਛਦੇ ਪਏ, ਬਿਕੋਜ਼ ਇੱਕ ਜ਼ਮਾਨਾ ਹੈਗਾ ਸੀ ਇਨ ਦਿਸ ਕੰਟਰੀ, ਮੈਨੂੰ ਯਾਦ ਹੈ ਇੱਕ ਜ਼ਮਾਨਾ ਹੈਗਾ ਸੀ ਕੰਟਰੀ ਜਦੋਂ ਮੇਰੇ ਇੱਕ ਰਿਲੇਸ਼ਨ ਹੈਗਾ ਸੀ, ਹੈਗੀ ਸੀ, ਤੇ ਉਹਦਾ ਹਸਬੈਂਡ ਉਹਨੂੰ ਕੁੱਟਦਾ ਹੁੰਦਾ ਸੀ, ਉਹਦੇ ਬਰੂਜ਼ ਹੁੰਦੇ ਸੀ, ਬਲੈਕ ਆਈ ਹੁੰਦੀ ਸੀ, ਕਾਫੀ ਕੁੱਟਦਾ ਹੁੰਦਾ ਸੀ ਉਹਨੂੰ। ਤੇ ਉਹਨੇ ਜ਼ਮਾਨੇ 'ਚ ਨਾ ਮੈਂ ਆਪਣੇ ਕਜ਼ਨ ਨੂੰ ਪੁੱਛਿਆ ਸੀ, ਮੈਂ ਕਿਹਾ ਸੀ ਉਹਨੂੰ, ਤੈਨੂੰ ਇੰਨਾ ਮਾਰਦਾ ਹੈ, ਛਾਤੀ ਗੱਲ ਹੀ ਨਹੀਂ ਇਹਨੂੰ, ਮੈਂ ਕਿਹਾ ਸੀ, ਸਾਫ਼ ਕਿਹਾ ਸੀ। ਉਹਨੇ ਜ਼ਮਾਨੇ 'ਚ ਭਾਜੀ ਮੈਨੂੰ ਯਾਦ ਹੈ, ਮੇਰੇ ਕਜ਼ਨ ਮੈਨੂੰ ਇਹ ਵਰਡ ਕੀਤੇ ਸੀ, ਕਹਿੰਦੇ ਸੀ ਸਾਡੇ ਜੋ ਹੈਗਾ ਨਾ ਕਲਚਰ, ਇਹਦੇ ਅੰਦਰ ਡਿਵੋਰਸ ਨਹੀਂ ਹੈਗਾ, ਅਸੀਂ ਕਦੇ ਨਹੀਂ ਸੈਪਰੇਟ ਹੋ ਸਕਦੇ, ਬਿਕੋਜ਼ ਫੈਮਿਲੀ ਨੂੰ ਬੇਇੱਜ਼ਤੀ ਹੁੰਦੀ ਹੈ, ਇਹ ਹੁੰਦਾ ਆ, ਉਹਨਾਂ ਨੇ ਗੱਲਾਂ ਕਰਨੀਆਂ ਆ। ਭਾਜੀ ਮੈਂ ਤੇ ਇਹ ਕੰਟਰੀ ਦਾ ਬੋਰਨ ਹੈਗਾ ਸੀ, I was born in this country, I didn't understand that। ਮੈਂ ਸੋਚਿਆ ਕਿਹੜਾ ਇਨਸਾਨ wants to spend their life in an abusive relationship when because of the means of culture or people going to talk। ਤੇ ਮੈਨੂੰ ਇਹ ਖੁਸ਼ੀ ਹੁੰਦੀ ਬਜਾਏ ਭਾਜੀ today ਅਸੀਂ ਇਹਦੇ ਟਾਈਮ 'ਚ ਰਹਿੰਦੇ ਪਏ ਆ where our women and our men in our culture are actually standing up, saying no, tu mainu nahi maar sakta no more। And that, from 1970 to now, and that change ho gaya sada culture bhaji ki people are standing up, nahi tu mainu nahi kutna, nahi do type of bhaji hundi है abuse, ek mental abuse hundi है, yeah, gala de naal, belittling, all same है मार पिटन दे नाल भाजी। There's two different abuses, but they're both the same, they both have the same effect on one person, चाहे तुसी words ना कहो, चाहे तुसी मारो, दो ते एक ही चीज होंदी बेटा भाजी। यानी कि तुसी word गाला गुला करदे अपनी वोटी नू, husband नू मारदे मूदे नहीं, फिर ठीक है नहीं भाजी, नहीं both abuse, mental abuse and physical abuse, there is no difference। ते भाजी मैं खुशी ना कहंदा कि टाइम आ गया है कि for people are tolerating it less and less। ਤੇ ਅਜੇ ਵੀ ਹੈਗੇ ਥੋੜੇ ਪੀਪਲ ਇਨ ਆਰ ਕਲਚਰ ਕਿ ਹਸਬੈਂਡ ਕੋਲੋਂ ਮਾਰ ਖਾਂਦੇ ਆ, ਉਹ ਗਾਲਾਂ ਕੱਢਦੇ ਆ, ਦੂਸਰੇ ਪਾਸੇ ਵੀ ਹੁੰਦਾ ਵਾਈਫ ਹਸਬੈਂਡ ਨੂੰ ਗਾਲਾਂ ਕੱਢਦੇ, ਐਂਡ ਦੇ ਟੋਲਰੇਟ ਇਟ ਭਾਜੀ। ਇਹ ਟੋਲਰੇਸ਼ਨ ਜੋ ਹੈਗਾ ਨਾ ਭਾਜੀ, ਐਂਡ we have the choice to make that difference, we have the chance, we all have to make that decision to stand up and say ਬਹੁਤ ਹੋ ਗਿਆ, I've suffered this for so many years now, I'm not tolerating it no more। जिन्हें का कोई खोलना नहीं है, कोई कुछ नहीं चेंज होना भाजी, ना साढ़े हद तक साड़ी किस्मत है जैसे कुछ चेंज अनकंफर्टेबल इन रिलेशनशिप सानू कहना चाहिए कुछ, or we spend all the rest of our life facing the abuse, and nobody should face abuse all their life। ਸੋ ਇਸ ਇਹੋ ਜਿਹੀ ਸਿਚੁਏਸ਼ਨ ਨੂੰ ਪੋਜ਼ਿਟਿਵਲੀ ਅਸੀਂ ਕਿੱਦਾਂ ਟਰੀਟ ਕਰ ਸਕਦੇ ਜਿਹਦੇ ਕਿ ਅਸੀਂ ਇਸ ਸਿਚੁਏਸ਼ਨ ਚੋਂ ਵੀ ਬਾਹਰ ਆ ਗਏ ਤੇ ਰਿਸ਼ਤਾ ਵੀ ਨਾ ਟੁੱਟੇ? ਕੋਈ ਇਸ ਤਰ੍ਹਾਂ ਦੀ ਆਪਸ਼ਨਸ ਵੀ ਹੁੰਦੀ ਹੈ? ਹਾਂਜੀ ਭਾਜੀ 100% मैरिज काउंसलिंग बहुत है, डॉक्टर को जाओ, डॉक्टर ने कहो की हो रहा, what's happening at home, वो की करते पाजी, the GP will refer you to a marriage counselor। ताई को चीज़ है पाजी 70s 80s सारे काउंसलर्स किन्ने मैरिज काउंसलर ਨੂੰ ਦੇਖਣਾ ਚਾਹ ਕੇ ਇਹਨੇ ऐसे नहीं करते, बंदे ने बोलना है साडी बेइज्जती हो रही है, होना है blah 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 blah, तो पाजी जिन तक ਤੁਸੀਂ ਦਵਾਈ ਨਹੀਂ ਖਾਏਗੇ ਨਾ ਤੁਸੀਂ ਠੀਕ ਨਹੀਂ ਹੋਣਾ। Daily situation ਦਵਾਈ ਹੈਗੀ ਹੈ, if you really are in a relationship and you're not happy but you think there is a chance that it could get better, अपने आप नहीं ठीक होनी रिलेशनशिप, ਤੁਹਾਨੂੰ ਸਟੈਪ ਲੈਣੇ ਪੈਣੇ ਆ, ਤੁਹਾਨੂੰ GP ਨੂੰ ਜਾ ਕੇ ਮਿਲਣਾ ਚਾਹੀਦਾ ਹੈ, ਮੈਰਿਜ ਕਾਉਂਸਲਰ ਨੂੰ ਕੰਟੈਕਟ ਕਰੋ, ਅੱਜ ਇੰਨੀ ਭਾਜੀ ਹੈਲਪ ਹੈਗੀ ਆਊਟਸਾਈਡ। But we have to pick the phone up, we have to make that effort। Is that Baji, alcoholism the same situation here? Yeah, I grew up with so many alcoholics Baji, even now when I come up across these people Baji can they jagma sharab chadna tunda मैं की करा सारे ज़ुल्म कंधे तो हकना पैना, तुम हकना पैना, you have to stop, you have to, इतना कुछ नहीं होना Baji। काउंसलिंग जाओ, डॉक्टर को जाओ, डॉक्टर ने कहो इससे मेरे को अल्कोहल की प्रॉब्लम हैगी है, प्लीज मेरी मदद करो। लेकिन भाजी फेस वो सेम चीज होई ना, तुहानू फोन चुकना पैना है, तुहानू स्टेप लेने पैने ठीक होने दी, पर भाजी जो नहीं बंदा कोई स्टेप लेगा करने ली कुछ नहीं चेंज होना। एंड मैं ऐसा रिवाइज करता है कि साडी बर्थ राइट हैगी है, इसलिए पैदा होया खुश होने दुनिया च,
ਤੇ ਜੇ ਅਸੀਂ ਕੋਈ ਰਿਲੇਸ਼ਨਸ਼ਿਪ 'ਚ ਹੈਗੇ ਆ ਜੋ ਖੁਸ਼ ਨਹੀਂ ਹੈਗੇ ਤੇ ਅਸੀਂ ਕਿੱਥੇ ਹੈਗੇ ਤੇ ਇਨ ਅ ਫੈਮਿਲੀ ਇਨਵਾਇਰਨਮੈਂਟ ਅਸੀਂ ਖੁਸ਼ ਨਹੀਂ ਹੈਗੇ ਸਾਨੂੰ ਕੁਝ ਕਰਨਾ ਪੈਣਾ ਭਾਜੀ ਜਿੰਨਾ ਇਸ ਨਹੀਂ ਕੁਝ ਕਰੇਗਾ ਨਾ ਕੁਝ ਨਹੀਂ ਚੇਂਜ ਹੋਣਾ ਜਾਂ ਜਿੱਦਾਂ ਤੁਸੀਂ ਜ਼ਿਕਰ ਕੀਤਾ ਮੈਂਟਲ ਹੈਲਥ ਦਾ ਆਮ ਤੌਰ ਤੇ ਜਿਸ ਕਲਚਰ 'ਚੋਂ ਅਸੀਂ ਆਏ ਆ ਜਾਂ ਜਿਸ ਸਿਸਟਮ 'ਚੋਂ ਅਸੀਂ ਆਏ ਆ ਜਿਸ ਤਰ੍ਹਾਂ ਦੀ ਸਾਡੀ ਹੈਰੀਟੇਜ ਜਿਸ ਤਰ੍ਹਾਂ ਸਾਡਾ ਕਲਚਰ ਆ ਸਿਸਟਮ ਆ ਸੋਸ਼ਲ ਸਟਰਕਚਰ ਆ ਉਹਦੇ ਵਿੱਚ ਅਗਰ ਕਿਸੇ ਬੰਦੇ ਨੂੰ ਕੋਈ ਦਿਮਾਗੀ ਜਾਂ ਮਾਨਸਿਕ ਪਰੇਸ਼ਾਨੀ ਹੁੰਦੀ ਆ ਸਾਡੇ ਕੋਲ ਇੱਕੋ ਹੀ ਵਰਡ ਸੀ ਹੁਣ ਸ਼ਾਇਦ ਬਦਲ ਗਏ ਹੁਣ ਪਹਿਲਾ ਵਰਡ ਹੁੰਦਾ ਸੀ ਕਿ ਇਹ ਪਾਗਲ ਹੋ ਗਿਆ ਇਹ ਕਮਲਾ ਹੋ ਗਿਆ ਸੋ ਅਜਿਹੀ ਸਿਸਟਮ 'ਚੋਂ ਆਏ ਲੋਕਾਂ ਲਈ ਜਿਹੜੀ ਮਾਨਸਿਕ ਬਿਮਾਰੀ ਹੈ ਜਾਂ ਜਿਹੜੀ ਇਹੋ ਜੀ ਸਿਚੁਏਸ਼ਨ ਆ ਉਹਨੂੰ ਆਇਡੈਂਟੀਫਾਈ ਕਰਨਾ ਉਹਦਾ ਐਕਸੈਪਟ ਕਰਨਾ ਬੜਾ ਹਾਰਡ ਹੈ ਸੋ ਇਹ ਇਸ ਚੀਜ਼ ਨੂੰ ਕਿਸ ਤਰ੍ਹਾਂ ਡੀਲ ਕੀਤਾ ਜਾ ਸਕਦਾ ਅੱਛਾ ਬਾਜੀ ਜ਼ਮਾਨਾ ਹੈਗਾ ਸੀ ਸਾਡੀ ਕਲਚਰ ਤੁਸੀਂ ਕਹਿ ਰਹੇ ਕੋਈ ਵਰਡ ਨਹੀਂ ਕਿ ਮੈਂ ਟੌਪ ਸਾਈਕੋਲੋਜਿਸਟ ਨਾਲ ਗੱਲ ਕੀਤੀ ਹੈ ਪੰਜਾਬੀ ਸਾਈਕੋਲੋਜਿਸਟ ਉਹਨੇ ਐਗਜ਼ੈਕਟਲੀ ਸੇਮ ਵਰਡ ਕੇ ਸੀ ਤੁਸੀਂ ਹੁਣ ਮੈਨੂੰ ਕਿਹਾ ਪੰਜਾਬੀ ਕਲਚਰ 'ਚ ਕੋਈ ਵਰਡ ਨਹੀਂ ਹੈਗਾ ਫॉर ਮੈਂਟਲ ਹੈਲਥ ਬਟ ਦ ਵਰਡ ਇਜ਼ ਪਾਗਲ ਐਂਡ ਦੈਟ ਇਜ਼ ਇਨਕਰੈਕਟ ਤੁਸੀਂ 100% ਠੀਕ ਕਹਿ ਰਹੇ ਭਾਜੀ ਪਤਾ ਕੀ ਹੁੰਦਾ ਜਦੋਂ ਤੁਸੀਂ ਰਹਿੰਦੇ ਨਾ ਇਨ ਹਾਊਸ ਐਂਡ ਯੂ ਸੀ ਯੋਰ ਚਾਈਲਡ ਕਿ ਤੇਰਾ ਬੱਚਾ ਖਾਂਦਾ ਨਹੀਂ ਪਿਆ ਚੰਗੀ ਤਰ੍ਹਾਂ ਤੇਰਾ ਬੱਚਾ ਰੂਮ 'ਚ ਰਹਿੰਦਾ ਸਾਰੇ ਦਿਨ ਤੇਰਾ ਬੱਚਾ ਬੋਲਦਾ ਨਹੀਂ ਹੈ ਕਿਸੇ ਦੇ ਨਾਲ but not a child, it can happen to any relation in a house. Yeah, ਖਾਂਦੇ ਨਹੀਂ ਪਏ ਬੋਲਦੇ ਨਹੀਂ ਪਏ ਚੁੱਪ ਕਰਕੇ ਬੈਠੇ ਹੁੰਦੇ ਇਹ ਭਾਜੀ ਇੰਡੀਕੇਟਰ ਹੈਗੇ ਆ ਕਿ ਕੋਈ ਪ੍ਰੋਬਲਮ ਹੈਗੀ ਹੈ ਖਾਂਦੇ ਨਹੀਂ ਪਏ ਜਾਂ ਖਾਂਦੇ ਆ ਥੋੜਾ ਖਾਂਦੇ ਆ ਜਾਂ ਖੁਸ਼ ਨਹੀਂ ਰਹਿੰਦੇ ਆ ਸੈਡ ਹੁੰਦੇ ਆ ਡਿਪਰੈਸ਼ਨ ਪੁਰਾਣੇ ਜ਼ਮਾਨੇ 'ਚ ਭਾਜੀ ਤੇ ਕਹਿੰਦੇ ਹੁੰਦੇ ਸੀ ਕੋਈ ਨਹੀਂ ਉਹਨੂੰ ਰਹਿਣ ਦੇ ਠੀਕ ਹੋ ਜਾਏਗਾ ਆਪਣੇ ਆਪ ਹਾਂਜੀ ਬਿਲਕੁਲ ਠੀਕ ਹੋ ਜਾਏਗਾ ਤਾਂ ਕਿਸੇ ਨੂੰ ਗੱਲ ਨਹੀਂ ਕਰਨੀ ਕਿਸੇ ਫੈਮਿਲੀ ਨੂੰ ਨਹੀਂ ਕਰਨੀ ਕਿਸੇ ਨੂੰ ਦੱਸਦਾ ਨਾ ਕਿ ਉਹ ਠੀਕ ਨਹੀਂ ਰੂਮ 'ਚ ਬੈਠਾ ਰਹਿੰਦਾ ਸਾਰਾ ਦਿਨ ਰੋਂਦਾ ਰਹਿੰਦਾ ਕਿਸੇ ਨਾਲ ਗੱਲ ਕਰਨੀ ਤੇ ਸਾਡੀ ਬੇਇੱਜ਼ਤੀ ਹੋਣੀ ਹੈ ਬਿਲਕੁਲ ਭਾਜੀ wrong, that's the wrong approach approach ਨਾਲ ਕੀ ਹੁੰਦਾ ਹੈ ਭਾਜੀ it gets worse ਜੋ ਬੱਚਾ ਹੈਗਾ ਜੋ ਐਕਸਪੀਰੀਅੰਸ ਕਰਦਾ ਹੈ ਉਹਨੂੰ ਕੋਈ ਮਦਦ ਨਹੀਂ ਮਿਲਦੀ ਪਈ ਉਹਨੇ ਵਿਚਾਰੇ ਨੇ ਪੁੱਛਣਾ ਵੀ ਨਹੀਂ ਮੈਨੂੰ ਮਦਦ ਚਾਹੀਦੀ ਹੈ ਉਹਨੂੰ ਪਤਾ ਨਹੀਂ ਕੀ ਕਰੇ ਵਿਚਾਰੇ ਦੇ ਮੰਮੀ ਡੈਡੀ ਨੇ ਕਹਿਣਾ ਤੂੰ ਪਾਗਲ ਹੋ ਗਿਆ ਰੂਮ 'ਚ ਜਾ ਕੇ ਬੈਠ ਜਾ ਕੇ ਤੂੰ ਠੀਕ ਹੋ ਜਾਣਾ ਉਹ they try and shake ਜਿਸ alcoholic ਨੂੰ ਸ਼ੇਕ ਕਰਦੇ ਨਾ ਪੀ ਉਹਨਾਂ ਨੇ ਬੱਚੇ ਨੂੰ ਜਾ ਕੇ ਕਹਿਣਾ ਕੀ ਹੁੰਦਾ ਪਿਆ ਖਾਂਦਾ ਕਰੀ ਪਿਆ ਖਾ ਹਾਂ ਬਿਲਕੁਲ ਕਿਵੇਂ ਤੈਨੂੰ ਹੈ ਬੰਦਾ ਬੰਦ ਕੀ ਕਰਦਾ ਵਿੱਚ ਨਹੀਂ ਭਾਜੀ ਸਾਰੀ ਜੋ ਸਾਰੇ ਮੈਥਡ ਹੈਗੇ ਨਾ ਭਾਜੀ ਦੇ ਡਾਇਨਾਸੋਰ and they don't work that's the most powerful thing they do not work ਬੈਸਟ ਚੀਜ਼ ਹੈਗੀ ਤਾਂ ਤੁਹਾਡੇ ਕੋਈ ਰਿਲੇਸ਼ਨ ਹੈਗਾ ਤੁਹਾਡਾ ਜਾਂ ਕੋਈ ਬੱਚਾ ਹੈਗਾ ਜੋ ਖਾਂਦਾ ਨਹੀਂ ਪਿਆ ਬੋਲਦਾ ਨਹੀਂ ਫਰੈਂਡਾਂ ਨਾਲ ਖੇਡਦਾ ਨਹੀਂ ਉਹਨਾਂ ਨੂੰ ਪਹਿਲਾਂ ਬੈਠੋ ਭਾਜੀ ਇੱਕ ਚੀਜ਼ ਸਾਨੂੰ ਬੱਚੇ ਨਾਲ ਕਰਨੀ ਚਾਹੀਦੀ ਮੈਂ ਤੁਹਾਨੂੰ ਰੇਡੀਓ ਫੋਨ ਕਰੇਗਾ ਤੁਹਾਡੇ ਸਟੇਸ਼ਨ ਉੱਤੇ ਸਾਨੂੰ ਫਿਰ ਬੱਚੇ ਨਾਲ ਅਨਡਿਵਾਈਡਡ ਅਟੈਂਸ਼ਨ ਦੇਣੀ ਪੈਂਦੀ ਹੈ all the time forget work forget ਕਿ ਤੁਸੀਂ ਬਿੱਲ ਪੇ ਕਰਨੇ ਆ forget ਕਿ ਤੁਸੀਂ ਉਹ ਭਾਂਡੇ ਧੋਣੇ ਆ forget ਨਾ ਬੱਚੇ ਨਾਲ ਐਵਰੀ ਡੇ 5-10 ਮਿੰਟ ਵਾਸਤੇ ਬੈਠੋ ਗੱਲਾਂ ਕਰੋ ਸਕੂਲ ਕਿੱਦਾਂ ਠੀਕ ਸੀ ਪੜ੍ਹਾਈ ਠੀਕ ਹੈ ਇਹ ਜੋ ਹੈਗੀ ਨਾ ਬੱਚਾ ਥੈਰੇਪੀ ਹੈਗੀ ਹੈ ਅਸੀਂ ਆਪਣੇ ਆਪ ਥੈਰੇਪੀ ਕਰ ਸਕਦੇ ਆ ਕੁਛ ਨਹੀਂ ਤਾਂ ਜੋ ਸਾਨੂੰ ਫੀਡਬੈਕ ਮਿਲਦਾ ਨਾ ਰਿਲੇਸ਼ਨ ਕੋਲੋਂ ਤੇ ਬੱਚੇ ਕੋਲੋਂ ਉੱਥੇ ਸਾਨੂੰ ਪਿੱਛੇ ਐਜ਼ ਅ ਐਡਲਟ ਐਜ਼ ਅ ਕੇਅਰਿੰਗ ਫੈਮਿਲੀ ਰਿਲੇਸ਼ਨ ਸਾਨੂੰ ਸੋਚਣਾ ਚਾਹੀਦਾ ਹੈ ਠੀਕ ਹੈ ਜੇ ਨਹੀਂ ਠੀਕ ਹੈ ਨਾ ਭਾਜੀ ਸਾਨੂੰ ਫਿਰ ਫੋਨ ਚੁੱਕਣਾ ਪੈਣਾ ਸਾਨੂੰ ਫਿਰ ਜੀਪੀ ਨੂੰ ਕੰਟੈਕਟ ਕਰਨਾ ਚਾਹੀਦਾ ਕਹਿੰਦੇ ਕਿ ਪਲੀਜ਼ ਮੇਰੀ ਮਦਦ ਕਰੋ ਮੇਰਾ ਬੱਚਾ ਖਾਂਦਾ ਨਹੀਂ ਪਿਆ ਡਿਪਰੈਸਿਵ ਰਹਿੰਦਾ ਸਾਰਾ ਦਿਨ ਪਲੀਜ਼ ਤਾਂ ਭਾਜੀ ਅਗੇਨ that will open so many doors of help so many doors of support ਤੁਸੀਂ ਬਲੀਵ ਨਹੀਂ ਕਰੋਗੇ ਭਾਜੀ ਅੱਜ ਕਿੰਨੀ ਸਪੋਰਟ ਹੈਗੀ ਬੱਚਿਆਂ ਵਾਸਤੇ ਉੱਥੇ ਅੱਜ ਪਰ ਜਿਹੜਾ ਇਗਨੋਰ ਕਰਦਾ ਨਾ ਭਾਜੀ ਉਹ ਚ ਕਹਿੰਦਾ ਕੋਈ ਨਹੀਂ ਤੂੰ ਠੀਕ ਹੋ ਜਾਣਾ ਕੋਈ ਨਹੀਂ ਇਹ ਭਾਜੀ ਗਲਤ ਮੈਥਡ ਹੈਗੀ ਡਾਇਨਾਸੋਰ ਹੈਗੀ ਬਹੁਤ ਪੁਰਾਣੀ ਮੈਥਡ ਹੈਗੀ ਇਹ ਚੱਲਦੀ ਨਹੀਂ ਹੈ ਪਰ ਸਾਡੇ ਕਲਚਰ ਕਿੰਨੇ ਸਾਲਾਂ ਵਾਸਤੇ ਚੱਲਦੀ ਪਈ ਹੈ ਤਾਂ ਸਾਨੂੰ ਹੁਣ ਚੇਂਜ ਕਰਨੀ ਚਾਹੀਦੀ ਹੈ ਅਗਰ ਕੋਈ ਅਡਲਟ ਬੰਦਾ ਹੈਗਾ ਚਲੋ ਤੇ ਬੱਚੇ ਦੀ ਗੱਲ ਹੋ ਗਈ ਕੋਈ ਅਡਲਟ ਬੰਦਾ ਉਹਨੂੰ ਕੋਈ ਮਾਨਸਿਕ ਪਰੇਸ਼ਾਨੀ ਆ ਆਮ ਤੌਰ ਤੇ ਅਸੀਂ ਦੇਖਿਆ ਕਿ ਸਾਡੀ ਕਮਿਊਨਿਟੀ 'ਚ ਉਹ ਬੰਦਾ ਖੁਦ ਵੀ ਐਡਮਿਟ ਨਹੀਂ ਕਰਦਾ ਉਹ ਖੁਦ ਵੀ ਮਤਲਬ ਕਿਸੇ ਨੂੰ ਦੱਸਣਾ ਨਹੀਂ ਚਾਹੁੰਦਾ ਕਿ ਮੈਨੂੰ ਮਾਨਸਿਕ ਪਰੇਸ਼ਾਨੀ ਹੈ ਆ ਸੋ ਅਸੀਂ ਮਤਲਬ ਉਹ ਕੀ ਮੈਟ੍ਰਿਕਸ ਹੈ ਜਿੱਥੋਂ ਅਸੀਂ ਆਇਡੈਂਟੀਫਾਈ ਆਪਣੇ ਆਪ ਨੂੰ ਕਰ ਲਈਏ ਕਿ ਮੈਨੂੰ ਕੁਛ ਹੈ ਪ੍ਰੋਬਲਮ ਜਾਂ ਕੀ ਸਾਡੇ ਆਲੇ ਦੁਆਲੇ ਵਾਲੇ ਉਹਨੂੰ ਆਇਡੈਂਟੀਫਾਈ ਕਰ ਕਿਸ ਤਰ੍ਹਾਂ ਇਹ ਬੜਾ ਕੰਪਲਿਕੇਟਡ ਹੈ ਭਾਜੀ ਚੀਜ਼ ਹੈ if ਪਹਿਲਾਂ ਜਿਹੜਾ ਡਰਗ ਐਡਿਕਟ ਹੁੰਦਾ ਭਾਜੀ ਉਹ ਆਪਣੇ ਆਪ ਨੂੰ ਕਹਿੰਦਾ ਹੈ ਕਿ ਮੈਂ ਡਰਗ ਐਡਿਕਟ ਨਹੀਂ ਹੈਗਾ ਜਿਹੜਾ ਬੰਦਾ ਐਲਕੋਹਲਿਕ ਹੁੰਦਾ ਹੈ ਕਹਿੰਦਾ ਕੋਈ ਨਹੀਂ ਮੈਂ ਬੋਤਲ ਪੀ ਲੈਂਦਾ ਰੋਜ਼ ਜੀ ਮੈਂ ਐਲਕੋਹਲਿਕ ਨਹੀਂ ਹੈਗਾ ਮੈਂ ਠੀਕ ਹੈਗਾ ਭਾਜੀ ਪਹਿਲਾਂ ਇਹ ਚੀਜ਼ ਹੈਗੀ ਐਜ਼ ਅ ਇਨਸਾਨ ਐਜ਼ ਅ ਹਿਊਮਨ ਬੀਇੰਗ ਸਾਨੂੰ ਸ਼ੀਸ਼ੇ ਦੇ ਅੰਦਰ ਦੇਖਣਾ ਚਾਹੀਦਾ ਤੇ ਕਹਿਣਾ ਚਾਹੀਦਾ ਕਿ ਮੇਰੇ ਕੋਲ ਪ੍ਰੋਬਲਮ ਹੈਗਾ ਜਾਂ ਨਹੀਂ ਹੁਣ ਤੁਹਾਨੂੰ ਦੋ ਆਪਸ਼ਨ ਹੁੰਦੇ ਇੱਕ ਤੁਸੀਂ ਝੂਠ ਬੋਲਣਾ ਆਪਣੇ ਆਪ ਨੂੰ ਯਾਨੀ ਕਿ ਬੋਤਲ ਪੀ ਲੈਂਦਾ ਰੋਜ਼ ਠੀਕ ਹੈ ਸਾਰੇ ਪੀਂਦੇ ਆ ਠੀਕ ਹੈ or you turn around and you say to yourself ਮੈਨੂੰ ਕੁਝ ਕਰਨਾ ਪੈਣਾ
ਇਹ ਗਲਤ ਹੈਗਾ ਜੋ ਮੈਂ ਕਰਦਾ ਪਿਆ ਹੈ ਜਿਨ੍ਹਾਂ ਤੱਕ ਭਾਜੀ that individual does not have that conversation with themselves in the mirror ਕੁਛ ਨਹੀਂ ਹੋਣਾ as human beings we are ignorant of bad habits but ਜਿਹੜੇ ਸੱਚੀ ਹੁੰਦੇ ਨੇ ਦਿਲੋਂ ਤਾਂ ਉਹ ਆਪਣੀ ਫੈਮਿਲੀ ਵਾਸਤੇ ਕਰਦੇ if I was in that situation and I was suffering from some sort of mental health issues right now ਮੈਨੂੰ ਇਹ ਸੋਚਣਾ ਚਾਹੀਦਾ ਪੈ ਕੇ ਕਹਿੰਦੀ ਜੇ ਮੈਂ ਨਹੀਂ ਠੀਕ ਹੋਇਆ ਮੇਰੇ ਬੱਚੇ ਨੂੰ ਕਿਸ ਇਫੈਕਟ ਹੋਣਾ जब मैं अपने आप में डॉक्टर से नहीं गया कहने कि मैं डिप्रेशन सफर करता है जब मैं नहीं किया ना मेरी एटीट्यूड मेरे बच्चे नाल की होने वो बेचारे ने सफर करना है उन्हें देखना कि डैडी बैठा रहता है डैडी बॉटल पींदा रहता है डैडी हार्डली बोलता साडे नाल डैडी कुछ नहीं करता उन्होंने बेचारे दा चाइल्डहुड इफेक्ट होना है दैट्स व्हाई जिहड़े बंदे सफर करते एडल्ट्स फॉर मेंटल हेल्थ उन्होंने अपने वास्ते नहीं करना चाहते दूसरे अपने प्यारे वास्ते करो अपनी फैमिली वास्ते करो अपने फ्यूचर वास्ते करो देखिए अमेजिंग चीज है भाजी जो पीपल मेंटल हेल्थ सफर करते पे ना उन्होंने अपने आप को पूछना चाहिए है कि मैं जो आज मैं स्टेप लिता है ठीक होने ली where am I going to be in 5 years आज मैं नई स्टेप लिता कुछ करने दी where am I going to be in 5 years so ਜਿਸ ਤਰ੍ਹਾਂ ਕੋਈ ਬੰਦਾ ਅਬਿਊਜ਼ ਕਰਦਾ ਅਗਰ ਉਹ ਨਹੀਂ ਵੀ ਜਿਹੜਾ ਅਬਿਊਜ਼ਰ ਆ ਜਿਹੜਾ ਬੀਇੰਗ ਅਬਿਊਜ਼ਡ ਆ ਅਗਰ ਦੋਨਾਂ ਚੋਂ ਕੋਈ ਨਹੀਂ ਵੀ ਰਿਪੋਰਟ ਕਰਦਾ ਤੇ ਕੋਈ ਤੀਸਰਾ ਬੰਦਾ ਵੀ ਰਿਪੋਰਟ ਕਰ ਸਕਦਾ ਕਿ ਇਹ ਬੰਦਾ ਅਬਿਊਜ਼ ਹੋ ਰਿਹਾ ਉਹ ਸੋਸ਼ਲ ਸਰਵਿਸਿਜ਼ ਨੂੰ ਅਸੀਂ ਜਿੱਦਾਂ ਅਲਰਟ ਕਰ ਸਕਦੇ ਹਾਂ ਪਰ ਕੀ ਅਗਰ ਕੋਈ ਇਸ ਤਰ੍ਹਾਂ ਜਿਹਨੂੰ ਕੋਈ ਮਾਨਸਿਕ ਬਿਮਾਰੀ ਸਾਨੂੰ ਲੱਗਦੀ ਆ ਕਿ ਇਸ ਬੰਦੇ ਨੂੰ ਹੈ ਪਰ ਉਹ ਮੰਨ ਨਹੀਂ ਰਿਹਾ ਸਾਡਾ ਕੋਈ ਰਿਸ਼ਤੇਦਾਰ ਆ ਦੋਸਤ ਆ ਮਿੱਤਰ ਆ ਕਿ ਉਹਦੇ ਬਾਰੇ ਅਸੀਂ ਵੀ ਕੁਝ ਕਰ ਸਕਦੇ ਹਾਂ Of course you can, Paji. Of course you can. सारे कुछ कर सकते हैं, Paji. ऐसी उन्होंने डॉक्टर से जा सकते हैं, उन्होंने कैसे डॉक्टर में गल कर सकते हैं, कहने क्या हो रहा है, उन्होंने काउंसलिंग चाहिए, और कि उन्हें तो लीफलेट देंगे, तो कॉन्टैक्ट नंबर्स देंगे, तो सोशल सर्विस नंबर देंगे, तो बंदे से कॉन्टैक्ट कर सकते हैं, तो फिर वो अपने आप उन्होंने कॉन्टैक्ट करते हैं. ऐ नहीं Paji कि तुसी as I said to you before, Paji, country change हो गई, it is really changed. And there's so much help available, but it goes back to the dinosaur thinking कि ऐसे कुछ करना नहीं है because इन्हें ठीक हो जाना है ऐसे कुछ करना नहीं है कुछ बंदे ने गल्ला करनी है ऐसे कुछ कर पाजी जो गल्ला है ना सुन सुननी चाहिए सारिया how them away so the most important चीज है कि कोई भी डिप्रेशन तो सफर करता पे तुझे कोई जानते जो कोई करता पे अपन जीपी को जा अब जीपी को के मेरा चाचा चुचा है वो ठीक नहीं है मेरा मामा जो भी हो whoever it is and he's suffering from depression मैं की करा ਉਹ ਤੁਹਾਨੂੰ ਲੀਫਲੇਟ ਦੇ ਕੇ ਤੁਹਾਨੂੰ ਪੁੱਛੀਏ ਕਿ ਲਈ ਏਰੀਆ ਰਹਿੰਦੇ ਆ ਏਰੀਆ ਕਾਉਂਸਲ ਨੂੰ ਕੰਟੈਕਟ ਕਰੋ ਪਰ ਜਸਟ ਯੂ ਕੈਨ ਵੀ ਕੈਨ ਇਗਨੋਰ ਇਟ ਸੋਚੇ ਕੋਈ ਨਹੀਂ ਠੀਕ ਹੋ ਜਾਣਾ ਮੇਰੀ ਪ੍ਰੋਬਲਮ ਨਹੀਂ ਉਹਨੇ ਆਪਣੇ ਆਪ ਠੀਕ ਹੋ ਜਾਣਾ ਇਹ ਸੈਲਫਿਸ਼ ਬਿਹੇਵੀਅਰ ਹੈਗੀ ਭਾਜੀ ਦੈਟਸ ਸੈਲਫਿਸ਼ ਬਿਹੇਵੀਅਰ if you know anyone who suffers from any form of mental health issues or depression ਸਾਨੂੰ ਕੁਝ ਕਰਨਾ ਚਾਹੀਦਾ ਸਾਨੂੰ ਉਹਨਾਂ ਨਾਲ ਬੈਠੋ ਉਹਨਾਂ ਨਾਲ ਗੱਲ ਕਰੋ ਭਾਜੀ ਪਤਾ ਕੀ sometimes even speaking to someone or main thing with sitting with someone and listening is great therapy. If you really care about someone, if you really love someone, back कुछ कहना ना उन्होंने बोलन दो की हो रहा तनु तो कल ही नहीं ठीक होगा की हो की प्रॉब्लम की तेरी yeah then you and Paji self improvement जो है ना Paji that is it kills depression you know a lot of people need to indulge in self improvement goal बनाओ 5 ਸਾਲ ਕੀ ਕਰਨਾ ਚਾਹੁੰਦੇ ਆ ਤੁਸੀਂ 2 ਸਾਲ ਕੀ ਕਰਨਾ ਚਾਹੁੰਦੇ ਆ ਇਹ ਜੋ ਸੈਲਫ ਇੰਪਰੂਵਮੈਂਟ ਹੁੰਦਾ ਨਾ Paji ਇਹ ਮਾਈਂਡ ਨੂੰ ਬਿਜ਼ੀ ਕਰ ਦਿੰਦਾ ਹੈ ਮੇਰੇ ਕਿੰਨੇ ਰਿਲੇਸ਼ਨ ਹੈਗੇ ਭਾਜੀ that I overthink ਕਿ 5 ਸਾਲ ਕੀ ਹੋਇਆ ਸੀ 10 ਸਾਲ ਕੀ ਹੋਇਆ ਸੀ 20 ਸਾਲ ਕੀ ਹੋਇਆ ਸੀ ਭਾਜੀ ਜੋ ਹੋ ਗਿਆ ਉਹਨੂੰ ਛੱਡੋ let's think about the future now ਜਿੰਨੇ ਅਸੀਂ ਪੁਰਾਣੀਆਂ ਗੱਲਾਂ ਬਾਰੇ ਸੋਚੀਏ ਉਹ ਸਦਾ ਦਿਮਾਗ ਖੋ ਖਾ ਲੈਂਦੀ ਉਹ ਗੱਲਾਂ ਸਾਨੂੰ ਚੀਜ਼ਾਂ ਨੂੰ ਛੱਡਣੀ ਚਾਹੀਦੀਆਂ sometimes it's hard for people to let go of the past but again ਜਾ ਕੇ ਥੈਰੇਪੀ ਕਰੋ ਕਿਸੇ ਨਾਲ ਬੋਲੋ ਜਾ ਕੇ ਐ ਨਹੀਂ ਕਿ ਭਾਜੀ ਕਿ ਰੋਜ਼ ਤੁਸੀਂ ਸੋਚਨੇ those you can go through those faults ਤੇ ਤੁਸੀਂ ਕੁਝ ਕਰ ਵੀ ਨਹੀਂ ਸਕਦੇ ਉਹਨਾਂ ਬਾਰੇ ਨਾ ਉਹ ਜ਼ਮਾਨਾ ਗਿਆ ਪਰ ਫਿਰ ਵੀ ਤੁਸੀਂ ਬੈਕ 20 ਸਾਲ ਬੈਕ ਕੇ ਬੈਠੇ ਸੋਚਦੇ ਪਿਓ ਗੱਲਾਂ ਇਹ ਕਿਸ ਅਫੈਕਟ ਹੋਣਾ ਤੁਹਾਡੀ ਬੋਡੀ ਉੱਤੇ ਕਿਸ ਅਫੈਕਟ ਹੋਣਾ ਤੁਹਾਡੇ ਮੈਂਟਲ ਹੈਲਥ ਤੇ ਜੈਕ ਜੀ ਆਮ ਤੌਰ ਤੇ ਅਸੀਂ ਬਹੁਤੀਆਂ ਥੈਰੇਪੀਜ਼ ਜਾਂ ਬਹੁਤੀਆਂ ਜਿਹੜੀਆਂ ਇੰਸਪੀਰੇਸ਼ਨਲ ਟਾਕਸ ਜਾਂ ਅਸੀਂ ਆਮ ਤੌਰ ਤੇ ਇਹ ਕਰਦੇ ਹਾਂ ਕਿ ਬੰਦਾ ਬਿਮਾਰ ਆ ਇਹ ਬੰਦੇ ਨੂੰ ਕੋਈ ਪ੍ਰੋਬਲਮ ਉਹਨਾਂ ਵਾਸਤੇ ਪਰ ਇੱਕ ਆਮ ਬੰਦਾ ਜਿਹੜਾ ਬਿਲਕੁਲ ਸਹੀ ਆ ਜਿਹਨੂੰ ਕੋਈ ਸਮੱਸਿਆ ਨਹੀਂ ਜਿਹੜਾ ਆਪਣੀ ਜ਼ਿੰਦਗੀ ਜਿਉ ਰਿਹਾ ਨਜ਼ਾਰੇ ਲੈ ਰਿਹਾ ਜ਼ਿੰਦਗੀ ਦੇ ਉਹਨੂੰ ਹੋਰ ਵਧੇਰੇ ਕਾਮਯਾਬ ਹੋਣ ਲਈ ਉਹਦੀ ਸਕਸੈਸ ਵਾਸਤੇ ਤੁਹਾਡੇ ਕੋਲ ਕੀ ਸੁਨੇਹਾ ਉਹ ਭਾਜੀ ਪਹਿਲੀ ਚੀਜ਼ ਮੈਂ ਤਾਂ ਕਹੇਗਾ ਤੁਹਾਡੇ ਰੇਡੀਓ ਸਟੇਸ਼ਨ ਉੱਤੇ ਜਾਂ ਕੋਈ ਕੁਝ ਮੇਰੇ ਬੱਚੇ ਮੈਨੂੰ ਪੁੱਛਦੇ ਮੇਰੇ ਬੱਚੇ ਮੈਨੂੰ ਕੁਐਸਚਨ ਕਿਉਂ ਨਹੀਂ ਪੁੱਛਦੇ ਡੈਡੀ ਸੀਕ੍ਰੇਟ ਕੀ ਹੈ ਲਾਈਫ ਦਾ ਬਿਲਕੁਲ ਡੈਡੀ ਸੀਕ੍ਰੇਟ ਕੀ ਹੈ ਸਕਸੈਸ ਦਾ ਮੈਂ ਬੱਚੇ ਨੂੰ ਕਹਿੰਦਾ ਛੋਟੀਆਂ ਗੱਲਾਂ ਤੁਹਾਨੂੰ ਸਿੱਖਣੀਆਂ ਪੈਣੀਆਂ ਪਹਿਲੀ ਚੀਜ਼ ਹੈ ਭਾਜੀ ਕੈਰੈਕਟਰ
ਤੁਹਾਡਾ ਕੈਰੈਕਟਰ ਕਿੱਦਾਂ ਦਾ ਹੈਗਾ ਤੁਹਾਨੂੰ ਪੁੱਛਣਾ ਚਾਹੀਦਾ ਆਪਣੇ ਆਪ ਨੂੰ। ਮੇਰਾ ਕੈਰੈਕਟਰ ਠੀਕ ਹੈ, ਮੈਂ ਬੰਦੇ ਨਾਲ ਚੰਗੀ ਤਾਂ ਬੋਲਦਾ ਹੈ, ਮੈਂ ਰੂਡ ਹੈਗਾ ਬੰਦੇ ਨਾਲ, ਹੈ ਮੈਂ ਕਿਸ ਤਰ੍ਹਾਂ ਰਿਐਕਟ ਕਰਦਾ ਹੈ। ਅਗੇਨ ਭਾਜੀ ਯੂ ਹੈਵ ਟੂ ਬੀ ਟਰੂਥਫੁਲ ਵਿਦ ਯੋਰਸੈਲਫ। ਜਦ ਤੁਸੀਂ ਇਨਸਾਨ ਹੈਗੇ, ਅਸੀਂ ਗਲਤੀਆਂ ਤੇ ਕਰਨੀ ਹੈ। ਸਮਟਾਈਮਸ ਤੁਸੀਂ ਬੱਚੇ ਨੂੰ ਹੈਵੀ ਗੁੱਸੇ ਹੋ ਜਾਣਾ, ਵਾਪਸ ਜਾਓ ਬੱਚੇ ਨੂੰ ਕਹੋ ਸੌਰੀ ਮੈਂ ਤਾਂ ਬੋਲਿਆ ਸੀ ਤਾਂ ਗਲਤੀ ਹੋ ਗਈ ਹੈ। ਭਾਜੀ ਸਾਡੇ ਕਲਚਰ 'ਚ ਹੈਗਾ ਨਹੀਂ ਕਿ ਬੱਚੇ ਨੂੰ ਸੌਰੀ ਕਹਿਣ ਦਾ। ਮੈਂ ਬੱਚੇ ਨੂੰ ਕੱਲ ਸੌਰੀ ਕਹਿਣਾ, ਮੈਂ ਤੇ ਪਿਓ ਹੈਗਾ, ਮੈਂ ਤੇ ਮਾਂ ਹੈਗੀ, ਮੈਂ ਕੱਲ ਸੌਰੀ ਕਹਿਣਾ ਤੇ ਮੈਂ ਗਲਤੀ ਕਰ ਨਹੀਂ। ਭਾਜੀ ਗਲਤੀ ਦਾ ਐਕਸੈਪਟ ਕਰਨਾ ਤਾਂ ਪਹਿਲਾ ਸਟੈਪ ਹੈਗਾ। ਅੱਛਾ ਮੇਰਾ ਕੈਰੈਕਟਰ ਰੋਂਗ ਹੈਗਾ ਸੀ, we have to be truthful with ourselves ਭਾਜੀ। so the main ਪਹਿਲੀ ਚੀਜ਼ ਹੈ ਕੈਰੈਕਟਰ। you have to be ਆਪਣੇ ਕੈਰੈਕਟਰ। ਮੇਰਾ ਕੈਰੈਕਟਰ ਨਾਈਸ ਹੈਗਾ, ਮੈਂ ਬੰਦੇ ਨੂੰ ਹੈਲੋ ਬਾਏ ਚੰਗੀ ਪਿਆਰ ਦੇ ਨਾਲ ਕਰਦਾ, ਮੈਂ ਬੰਦੇ ਚੰਗੇ ਪਿਆਰ ਨਾਲ ਬੋਲਦਾ। ਹਾਂ ਮੇਰਾ ਕੈਰੈਕਟਰ ਸਟਰੋਂਗ ਹੈਗਾ ਤਾਂ ਤੁਹਾਡੇ ਕਾਰ ਦਾ ਕੰਮ ਪਿਆ, ਮੈਂ ਕੀ ਕਰਦਾ, ਮੈਂ ਬਹਿ ਕੇ ਨੈਟਫਲਿਕਸ ਦੇਖਦਾ ਜਾਂ ਮੈਂ ਕੰਮ ਕਰਦਾ? ਨਹੀਂ ਨਾ ਪਹਿਲਾਂ ਕੰਮ ਕਰਦਾ। ਇਹ ਛੋਟੀਆਂ ਚੀਜ਼ਾਂ ਭਾਜੀ ਸਾਨੂੰ ਪੁੱਛਣੀਆਂ ਚਾਹੀਦੀਆਂ। are we really using this time that we have been given productively? ਇਹ ਪਹਿਲੀ ਚੀਜ਼ ਹੈ। ਦੂਸਰੀ ਚੀਜ਼ ਭਾਜੀ ਇਹ ਹੈ, it's not what happens to us, it's how we react. ਮੈਂ ਆਪਣੇ ਦੋਸਤ ਦੇ ਘਰ ਗਿਆ ਸੀ ਉਸ ਦਿਨ ਤੇ ਉਹਦੇ ਬੱਚੇ ਨੇ ਚਿਮਚਾ ਦੇਖ ਦਿੱਤਾ ਪੁੰਜੇ ਐਕਸੀਡੈਂਟਲੀ। ਉਹ ਕਹਿੰਦਾ ਤੂੰ ਕੀ ਦੇਖਿਆ? ਚਿਮਚਾ ਦੇਖਦਾ ਤਾਂ ਮੈਂ ਕਿਹਾ ਹੈ ਉਹਨੇ ਚਿਮਚਾ ਹੀ ਦੇਖ ਗਿਆ, ਨਿਊਕਲੀਅਰ ਵੈਪਨ ਤੇ ਨਹੀਂ ਭੇਜਿਆ, ਦੇਖ ਗਿਆ। ਉਹ ਕਹਿੰਦਾ ਤੂੰ ਠੀਕ ਕਹਿ ਰਿਹਾ, ਮੈਨੂੰ ਬੱਚੇ ਨੂੰ ਗੁੱਸੇ ਨਹੀਂ ਹੋਣਾ, ਚਿਮਚਾ ਹੀ ਦੇਖ। ਮੈਂ ਕਿਹਾ ਦੇਖਿਆ ਭਾਜੀ it's not what happens to us, it's how we react. ਸਾਨੂੰ ਆ ਕੇ ਕਹੇਗਾ ਚੱਕਲ ਕੋਈ ਮੈਨੂੰ ਜਦੋਂ ਮੈਂ ਕੰਮ ਤੇ ਜਾਂਦਾ ਭਾਜੀ ਜੋ ਕੋਈ ਕਹਿੰਦਾ ਉਹ ਜਗ੍ਹਾ 'ਚ ਬਹੁਤ ਪੈਰਾ ਦਿਨ ਹੋਣਾ ਐ ਹੋ ਰਿਹਾ, ਮੇਰਾ ਪਤਾ ਕੀ ਰਿਐਕਸ਼ਨ ਹੁੰਦਾ ਹੈ, ਦੇਖੀ ਜਾਏਗੀ ਰੱਬ ਦੇ ਹੱਥ 'ਚ ਹੈਗਾ ਸਭ ਕੁਛ, ਬਸ ਹੋ ਗਿਆ। ਭਾਜੀ ਉਹ ਦਿਨ ਕਿੰਨਾ ਚੰਗਾ ਨਿਕਲਦਾ ਹੈ ਕਿਉਂਕਿ ਮੈਂ ਰੱਬ 'ਚ ਭਰੋਸਾ ਰੱਖ ਦਿੱਤਾ, ਬਸ ਜੋ ਹੋਣਾ ਹੈ। ਜ਼ਿਆਦਾ ਕੀ ਹੋ ਰਿਹਾ ਹੈ, ਬੈਠ ਹੀ ਜ਼ਿਆਦਾ ਕੰਮ ਕਰਨਾ ਪੈ ਰਿਹਾ, ਹੋ ਕੀ ਗਿਆ। You can either sulk, you can get depressed about it, or you can say to yourself, oh no, din kinna ਪੈਰਾ ਹੋ ਰਿਹਾ ਹੈ। ਉਹ ਤੁਸੀਂ ਬਹਿ ਕੇ ਦੇਖੋ ਰੱਬ 'ਚ ਮੈਂ ਰੱਖਣਾ, ਰੱਬ 'ਚ ਭਰੋਸਾ ਹੈ। ਭਾਜੀ ਜਦੋਂ ਵੀ ਮੈਂ ਕੰਮ ਤੇ ਜਾਂਦਾ ਸਵੇਰੇ ਬਾਬਾ ਜੀ ਦੀ ਫੋਟੋ ਦੇਖਦਾ ਤੇ ਬਾਬਾ ਜੀ ਨੂੰ ਕਹਿੰਦਾ ਬਾਬਾ ਜੀ ਦਿਨ ਤੁਹਾਡੇ ਹੱਥ 'ਚ, ਬਸ। ਇਹ ਜੋ ਚੀਜ਼ਾਂ ਹੈਗੀਆਂ ਨੇ ਭਾਜੀ, ਸਾਡਾ ਕੈਰੈਕਟਰ ਤੇ ਸਾਡਾ ਰਿਐਕਸ਼ਨ ਟੂ ਲਾਈਫ। ਤੇ ਕਦੇ ਦਾ ਬੱਚਾ ਆ ਕੇ ਤੁਹਾਨੂੰ ਕਹਿੰਦਾ ਕਿ ਮੈਂ ਫੇਲ ਹੋ ਗਿਆ ਐਗਜ਼ਾਮ 'ਚ, ਤੂੰ ਕੱਲ ਹੀ ਫੇਲ ਹੋਇਆ, ਤੂੰ ਨਹੀਂ ਭਾਜੀ ਇਹ ਰਿਐਕਸ਼ਨ ਤੇ ਟੋਟਲੀ ਰੋਂਗ ਹੈਗਾ। ਉਹ ਬੱਚੇ ਨੇ ਬਚਾਉਣ ਤੋਂ ਉਹ ਆਲਰੇਡੀ ਡਾਊਨ ਹੈਗਾ, ਕੋਈ ਰਿਜ਼ਲਟ ਪੈ ਰਿਹਾ ਆਏ ਆ ਤੇ ਤੁਸੀਂ ਨੂੰ ਗੁੱਸੇ ਹੁੰਦੇ ਪਿਆ। ਬੈਠੋ ਸਮਝਾਓ, ਕੋਈ ਨਹੀਂ, ਜੋ ਹੋ ਗਿਆ ਅੱਗੇ ਜੋ ਹੋਣਾ ਹੈ ਤੇਰੀ ਮਰਜ਼ੀ ਹੈ। ਤੂੰ ਆਪਣੇ ਆਪ ਨੂੰ ਪੁੱਛ, ਬੱਚੇ ਨੂੰ ਕਹੋ ਤੂੰ ਆਪਣੇ ਆਪ ਨੂੰ ਪੁੱਛ ਤੂੰ ਡਿਫਰੈਂਟ ਕੀ ਕਰ ਸਕਦਾ ਹੈ, ਨੈਕਸਟ ਟਾਈਮ ਐਗਜ਼ਾਮ ਆ ਕਰ ਤੂੰ ਚੰਗਾ ਕਿਸ ਤਰ੍ਹਾਂ ਕਰ ਸਕਦਾ ਹੈ। ਹੋਰ ਪੜ੍ਹਾਈ ਮੇਬੀ ਤੇਰਾ ਟਾਈਮ ਮੈਨੇਜਮੈਂਟ ਰੋਂਗ ਹੈਗਾ, ਥੋੜਾ ਹੋਰ ਰਿਵੀਜ਼ਨ ਕਰ, ਥੋੜਾ ਟਾਈਮ ਕੱਢ, ਉਹ ਪਲੇ ਸਟੇਸ਼ਨ ਥੋੜਾ ਰੱਖ ਦੇ ਥੋੜੇ ਦਿਨ, ਨੈਕਸਟ ਪਿੱਛੇ ਰੱਖ। ਭਾਜੀ ਸਟੈਪ ਦੇ ਸਕਦੇ ਬੱਚੇ ਨੂੰ, ਹੈਵ ਟੂ ਇੰਪਰੂਵ। ਐ ਨਹੀਂ ਕਿ ਗਾਲਾ ਗੋਲਾ ਕੱਢਣੀਆਂ, telling them off, ਇਹਦਾ ਕੁਛ ਨਹੀਂ ਚਾਹੀਦਾ ਹੁੰਦਾ ਭਾਜੀ। we have to make a productive plan of how the child is going to make it better next time. ਆਪਣੇ ਕੋਲ ਸਮਾਂ ਜੈਕ ਸਿੰਘ ਜੀ ਬਹੁਤ ਥੋੜਾ ਰਹਿੰਦਾ ਜਾ ਰਿਹਾ। ਕੁਐਸਚਨ ਇਹ ਹੈ ਕਿ ਤੁਸੀਂ ਇੱਕ ਜਿਹਦਾ ਚਾਈਲਡਹੁੱਡ ਦੇ ਵਿੱਚ ਬੀਇੰਗ ਲਾਈਕ ਰੇਸ਼ਿਸਟ ਬਿਹੇਵੀਅਰ ਦੇ ਥਰੂ ਲੰਘੇ ਤੁਸੀਂ, ਤੁਹਾਡੇ ਤੇ ਰੇਸ਼ਿਜ਼ਮ ਹੋਇਆ ਔਰ ਉਸ ਤੋਂ ਬਾਅਦ ਤੁਸੀਂ ਅੱਜ ਇੱਕ ਤਰ੍ਹਾਂ ਦੇ ਸੈਲੀਬ੍ਰਿਟੀ ਸਪੀਕਰ ਹੋ, ਹੈ ਨਾ, ਬੋਲਦੇ ਹੋ, ਪਰ ਲੋਕਾਂ ਨੂੰ ਜਾ ਕੇ ਇੰਸਪਾਇਰ ਕਰਦੇ ਹੋ। ਇਹ ਸਾਰੀ ਜਰਨੀ ਤੁਹਾਨੂੰ ਕਿਸ ਤਰ੍ਹਾਂ ਲੱਗਦੀ ਹੈ? ਭਾਜੀ it is what I was born to do. ਜਦੋਂ ਮੈਂ ਛੋਟਾ ਸੀ ਨਾ ਭਾਜੀ, ਰੋਜ਼ ਬਾਬਾ ਜੀ ਦੀ ਜਦੋਂ ਸਕੂਲ ਜਾਂਦਾ ਹੁੰਦਾ ਸੀ ਮੈਂ ਬਾਬਾ ਜੀ ਦੀ ਫੋਟੋ ਦੇਖਦਾ ਹੁੰਦਾ ਸੀ, ਬਾਬਾ ਜੀ ਪਲੀਜ਼ ਮਦਦ ਕਰਨਾ ਅੱਜ, ਬਾਬਾ ਜੀ ਪਲੀਜ਼ ਮਦਦ ਕਰਨਾ ਅੱਜ। ਤੇ ਮੈਂ ਮੇਰੇ ਡੈਡੀ ਨੇ ਕਿਹਾ ਸੀ ਇਹ ਟਫ ਟਾਈਮ ਹੋਣਾ, ਇਟਸ ਗੋਇੰ ਟੂ ਬੀ ਅ ਟਫ ਟਾਈਮ, ਬਟ ਇਫ ਵੀ ਕੈਨ ਗੈਟ ਥਰੂ ਟੂ ਦੀ ਅਦਰ ਸਾਈਡ ਤੇ ਸਾਡੀ ਡਿਊਟੀ ਹੈਗੀ ਹੈ ਸਾਰਿਆਂ ਨੂੰ ਦੱਸਣ ਦੀ ਕਿ you don't have to tolerate bullying, you don't have to tolerate hate crime, you don't have to tolerate bullying in the workplace, we all have the right to be happy. ਤੇ ਭਾਜੀ ਮੈਂ ਖੁਸ਼ ਹੈਗਾ ਜੋ ਜਿਹਦੀ ਮੈਂ ਰੋਡ ਕਰਦਾ ਪਿਆ, ਬਿਕੋਜ਼ I feel as if ਬਾਬਾ ਜੀ ਦਾ ਹੱਥ ਮੇਰੇ ਸਿਰ ਉੱਤੇ ਹੈਗਾ। ਤੇ ਜਦੋਂ ਵੀ ਕੋਈ ਆ ਕੇ ਮੈਨੂੰ ਕਹਿੰਦਾ ਹੈ ਕਿ ਜੈਕ ਜੋ ਤੂੰ ਮੈਨੂੰ ਦੱਸਿਆ ਸੀ ਮੈਂ ਕੀਤਾ ਸੀ ਤੇ ਮੇਰੀ ਜ਼ਿੰਦਗੀ ਬਹੁਤ ਚੰਗੀ ਹੋ ਗਈ, ਥੈਂਕ ਯੂ ਸੋ ਮਚ। ਭਾਜੀ ਪਤਾ ਕਿੰਨੀ ਖੁਸ਼ੀ ਮਿਲਦੀ ਮੈਨੂੰ। ਇਹੀ ਮੇਰਾ ਅਚੀਵਮੈਂਟ ਹੈਗਾ ਕਿ ਕੋਈ ਮੈਨੂੰ ਆ ਕੇ ਕਹਿੰਦਾ ਜੈਕ ਜੀ ਨਾ ਜੋ ਤੂੰ ਲਿਖਿਆ ਸੀ ਨਾ ਉਸ ਦਿਨ ਕੋਟ ਉਹ ਮੈਂ ਪੜ੍ਹਿਆ ਸੀ ਤੇ ਮੇਰੀ ਲਾਈਫ ਚੇਂਜ ਹੋ ਗਈ ਹੈ। ਮੈਂ ਆਪਣੀ ਵਾਈਫ ਨਾਲ ਹੋਰ ਟਾਈਮ ਸਪੈਂਡ ਕਰਦਾ ਪਿਆ, ਆਪਣੇ ਬੱਚਿਆਂ ਨਾਲ ਹੋਰ ਟਾਈਮ ਸਪੈਂਡ ਕਰਦਾ ਪਿਆ। ਮੈਂ ਨਹੀਂ ਕਿ ਕੰਮ ਕਰਦਾ ਪਿਆ ਸਾਰਾ ਕੰਮ ਤੇ ਅਸੀਂ ਕਰਨਾ ਹੈ ਭਾਜੀ, ਕੰਮ ਤੇ ਕਿਤੇ ਜਾਣਾ ਨਹੀਂ ਹੈ। ਬੱਚੇ ਛੁੱਟੀ ਛੱਟੀ ਉਹਦੇ ਥੋੜਾ ਫੈਮਿਲੀ ਨਾਲ ਕੁਆਲਿਟੀ ਟਾਈਮ ਸਪੈਂਡ ਕਰੋ। ਤਾਂ ਭਾਜੀ ਜੋ ਜਰਨੀ ਹੈਗੀ ਜਦੋਂ ਮੈਂ ਸ਼ੁਰੂ ਕੀਤੀ ਹੈ ਜੇ ਬਹੁਤ ਕੰਮ ਪਿਆ, ਤੁਹਾਡੇ ਰੇਡੀਓ ਸਟੇਸ਼ਨ ਤੇ ਅਦਰ ਟੀਵੀ ਚੈਨਲਸ ਦੇ ਨਾਲ ਤੁਹਾਡੀ ਜੋ ਸਪੋਰਟ ਮਿਲਦੀ ਵੀ ਭਾਜੀ, I really appreciate that, so thank you very much ਭਾਜੀ। ਜੈਕ ਸਿੰਘ ਜੀ ਕਿਉਂਕਿ obviously we are humans, ਜਿਹੜਾ
ਦੇ ਇਮੋਸ਼ਨ ਹੁੰਦੇ ਆ। ਸੋ ਤੁਸੀਂ ਭਾਵੇਂ ਜਿੰਨੇ ਮਰਜ਼ੀ ਇੰਸਪੀਰੇਸ਼ਨਲ ਸਪੀਕਰ ਹੋ, ਜੋ ਵੀ, ਕਦੀ ਤੁਹਾਡੀ ਜ਼ਿੰਦਗੀ 'ਚ ਵੀ ਇਸ ਤਰ੍ਹਾਂ ਦੀ ਮੂਮੈਂਟ ਆਉਂਦੀ ਹੋਊਗੀ ਜੋ ਤੁਸੀਂ ਡਾਊਨ ਫੀਲ ਕਰਦੇ ਹੋ? Oh yes, 100%. ਮੈਂ human ਹੀ ਹੈਗਾ. I'm human after all. Of course I do. But ਜਦੋਂ ਉੱਠਦਾ ਨਾ ਭਾਜੀ, sometimes you think to yourself, ਮੈਂ ਕਰਨਾ ਕੰਮ, ਉਹ ਨਹੀਂ ਕੀਤਾ, ਮੈਂ ਨਹੀਂ ਕੀਤਾ. Now ਭਾਜੀ, we can either carry on digging ourselves in depression, ਕਿ ਅੱਜ ਮੋਹ ਨਹੀਂ ਕੀਤਾ, ਮੈਂ ਨਹੀਂ ਕੀਤਾ, ਇਹ ਕਰਨ ਵਾਲਾ ਕੰਮ ਹੈ, ਉਹ ਕਰਨ ਵਾਲਾ ਕੰਮ ਹੈ, ਅਸੀਂ ਆਪਣੇ ਆਪ ਡਿਪਰੈਸ਼ਨ 'ਚ ਹੋਰ ਡਿਗ ਕਰ ਸਕਦੇ ਹੋ। ਤਾਂ ਕੀ ਅਚੀਵ ਹੋਣਾ ਹੈ? ਕੁਛ ਨਹੀਂ ਅਚੀਵ ਹੋਣਾ। ਤੁਸੀਂ ਯੂ ਗੋਣਾ ਫੀਲ ਡਾਊਨ, your confidence is going to go. ਬੈਸਟ ਚੀਜ਼ ਪਤਾ ਕੀ ਮੈਂ ਕਰਦਾ ਭਾਜੀ? ਪੇਪਰ ਲੈਂਦਾ, a piece of paper and a pen. ਦੋ ਪੇਪਰ ਦੇ ਮੈਂ 5 ਚੀਜ਼ਾਂ ਲਿਖਦਾ ਹੈ in priority ਜੋ ਮੈਨੂੰ ਕਰਨੀ ਚਾਹੀਦੀ ਹੈ। First, number 1, go clean the house. Number 2, spend time with boy. Find out how his results are going. I just लिख देना भाजी 1, 2, 3, 4, 5 चीज़ा. But if a sense of security मिलती है, मेरे को plan है ये. ठीक है, it's not right. Okay, we've got a few things to do. We're quite busy. But जिन्हें तुसी plan नहीं बनते ना, the prioritize नहीं करते कि ताते tasks ही है. You're gonna just at the back end, you can sit there all day and say to yourself, oh, I need to जाकर नोलिया मैं किसा करनी है. Or you can make a plan. That's a भाजी जो time आंदा ना मेरे नाल, of course आंदा time मेरा फिर भाजी मैं किन्नी चीज़ां करता है, बुक लिखता पे है, बच्चे ना खेलना है, ऐ करना है, काम ते जाना है. भाजी बेस्ट चीज़ की है, प्लान बनाता है. तो फिर मैं बेस्ट चीज़ पता क्यों होती भाजी, जो मैं टिक करता है कि हाँ बच्चे ने मैं टाइम स्पेंड किया है, हाँ मैं काम कर लिया, हाँ जो टिक होता ना भाजी, और ताकि सेल्फ कॉन्फिडेंस उससे बहुत चंगा होता है. ਸੋ ਜੈਕ ਸਿੰਘ ਜੀ, ਤੁਹਾਡੇ ਮਤਲਬ ਕਿ ਤੁਸੀਂ ਕਿਹਾ ਕਿ ਅਜੇ ਬਹੁਤ ਕੁਝ ਕਰਨ ਵਾਲਾ, ਸੋ ਫਿਊਚਰ ਕੀ ਪਲਾਨਸ ਨੇ ਤੁਹਾਡੇ? ਭਾਜੀ ਇਸੀ ਮੈਂ ਵੀ ਬੁੱਕ ਲਿਖੀ ਹੈ ਅਨਬ੍ਰੇਕੇਬਲ, ਜੋ ਐਮਾਜ਼ਨ 'ਚ ਅਵੇਲੇਬਲ ਹੈਗੀ ਹੈ। ਉਹ ਮੈਂ ਪਾਰਟ 2 ਲਿਖਦਾ ਪਿਆ ਬੁੱਕ ਦਾ, ਔਰ ਜਦੋਂ ਮੈਂ ਪਾਰਟ 2 ਕਰ ਲਿਆ ਤੇ ਫਿਰ ਮੇਰੇ ਕੋ